ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਹਰਿ ਸ਼੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਭਾਦਰੋਂ ਸੁਦੀ ਪ੍ਰਤਪਦਾ ਦਿਨ ਕੋ ਗੁਰਤਾ ਤਿਲਕ ਦੀਨ ਅਰਜਨ ਕੋ। ਜੁਗੋ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ। ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਹਾਜ਼ਰਾ ਹਜੂਰ। ਜਾ ਰਾਜਹੂਰ ਸਰਬ ਕਲਾ ਭਰਪੂਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਪਵਿੱਤਰ ਸਜੇ ਹੋਏ ਦਰਬਾਰ ਦੀ ਹਾਜ਼ਰੀ ਭਰ ਰਹੇ ਸਤਸੰਗੀ ਜਨੋਂ ਆਪਾਂ ਸਾਰੇ ਸਰੀਰ ਧਨਤਾ ਦੇ ਯੋਗ ਹਾਂ। ਜਦਾਂ ਨੂੰ ਗੁਰੂ ਹਜ਼ੂਰੀ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੇ ਜੀਵਨ ਇਤਿਹਾਸ ਦੀ ਚਾਦਰੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਵਾਰਤਾ ਵਿਚਾਰਨ ਤੇ ਸਰਵਣ ਕਰਨ ਦਾ ਇਸ ਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਪਿਛੇ ਪ੍ਰਸੰਗ ਵਿੱਚ ਆਪਾਂ ਵਿਚਾਰਨਾ ਕੀਤਾ ਸੀ ਕਿ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਿਥੀ ਚੰਦ ਨੂੰ ਬੜਾ ਸਮਝਾਉਂਦੇ ਹੈ। ਪ੍ਰਿਥੀ ਚੰਦ ਨਹੀਂ ਸਮਝਦਾ। ਸਤਿਗੁਰੂ ਦੇ ਬਾਣੀ ਦਾ ਉਪਦੇਸ਼ ਵੀ ਉਹਨੂੰ ਸਮਝਾਉਂਦੇ ਹੈ ਪਰ ਨਹੀਂ ਸਮਝਦਾ। ਅਖੀਰ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਜੀ ਦੇ ਦਿੱਤੇ ਹੋਏ ਬਚਨਾਂ ਅਨੁਸਾਰ ਆਪਣਾ ਅੰਤਮ ਸਮਾਂ ਨੇੜੇ ਜਾਣਦੇ ਹੋਏ ਗੋਬਿੰਦਵਾਲ ਸਾਹਿਬ ਵੱਲ ਨੂੰ ਪ੍ਰਸਥਾਨ ਕਰ ਜਾਂਦੇ ਆ। ਬਾਬਾ ਬੁੱਢਾ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਬੀਬੀ ਭਾਨੀ ਜੀ ਸਾਰੇ ਮੁਖੀ ਸੇਵਕ ਨਾਲ ਨੇ। ਪ੍ਰਿਥੀ ਚੰਦ ਨੂੰ ਇਹ ਗੱਲ ਦੀ ਕੋਈ ਖਬਰ ਨਹੀਂ ਕਿ ਸਤਿਗੁਰੂ ਦੇਵ ਇੱਥੋਂ ਜਾ ਚੁੱਕੇ ਨੇ ਅਤੇ ਮਹਾਰਾਜ ਇਉਂ ਕਿਨਾਰਾ ਕਰਕੇ ਸੋਧਾ ਸਰੋਵਰ ਤੋਂ ਚੱਲ ਗੋਬਿੰਦਵਾਲ ਸਾਹਿਬ ਦੇ ਸਥਾਨ 'ਤੇ ਆਉਂਦੇ ਆ। ਇੱਥੋਂ ਕੁ ਤੱਕ ਆਪਾਂ ਕੱਲ੍ਹ ਪ੍ਰਸੰਗ ਵਿਚਾਰਨਾ ਕੀਤਾ ਸੀ। ਆਓ ਅਗਲੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਹਜ਼ੂਰੀ ਵਿੱਚ ਲਵਾਈਏ ਹਾਜ਼ਰੀ। ਆਦਬ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਦਰੋਂ ਸੁਦੀ ਪ੍ਰਤਪਦਾ ਦਿਨ ਕੋ ਗੁਰਤਾ ਤਿਲਕ ਦੀਨ ਅਰਜਨ ਕੋ। ਧੰਨ ਗੁਰੂ ਰਾਮਦਾਸ ਮਹਾਰਾਜ ਭਾਦਮ ਸੁਦੀ ਏਕਮ ਦਾ ਦਿਨ ਸੀ ਜਿਹਦੇ ਗੁਰਿਆਈ ਦਾ ਤਿਲਕ ਲਗਾਉਂਦੇ ਹੈ। ਚੜੇ ਦੂਜ ਕੇ ਦਿਵਸ ਕਿਰਪਾਲ ਆਨ ਪਹੁੰਚਿਓ ਗੋਬਿੰਦਵਾਲ। ਤੇ ਭਾਦੋਂ ਸੁਦੀ ਦੂਜ ਦੇ ਦਿਨ ਗੁਰੂ ਰਾਮਦਾਸ ਮਹਾਰਾਜ ਸਮਝਾਉਂਦੇ ਰਹੇ ਪ੍ਰਿਥੀ ਚੰਦ ਨੂੰ ਪਰ ਨਹੀਂ ਸਮਝਿਆ ਪ੍ਰਿਥੀ ਚੰਦ। ਤੇ ਭਾਦੋਂ ਸੁਦੀ ਦੂਜ ਦੇ ਦਿਨ ਮਹਾਰਾਜ ਅੰਮ੍ਰਿਤਸਰ ਤੋਂ ਚੱਲ ਕੇ ਗੋਬਿੰਦਵਾਲ ਸਾਹਿਬ ਆ ਜਾਂਦੇ ਹਨ। ਪੁੱਛਕ ਰਹੇ ਦਿਨ ਪ੍ਰਵੇਸ਼ੇ ਪੁਰਮ ਦੇਖਤ ਹਰਕ ਕਰੇ ਔਰ ਉਰਮ। ਥੋੜ੍ਹੇ ਦਿਨ ਇੱਥੇ ਮਹਾਰਾਜ ਜੀ ਨੇ ਗੋਬਿੰਦਵਾਲ ਸਾਹਿਬ ਰਹਿੰਦਿਆਂ ਹੁਣ ਬਤੀਤ ਕੀਤੇ ਤੇ ਸਤਿਗੁਰੂ ਦੇਵ ਜੀ ਬੜੇ ਸਿੱਖ ਸੇਵਕਾਂ ਨੂੰ ਕਿਰਤਾਰਥ ਕਰ ਪ੍ਰਸੰਨ ਹੋਏ। ਜਾਏ ਚੁਬਾਰੇ ਬੰਧਨ ਠਾਨੀ ਤਬ ਹੈ ਮੋਹਰੀ ਨੇ ਸੁਧ ਜਾਨੀ। ਆਦੇ ਸਤਿਗੁਰੂ ਦੇਵ ਚੁਬਾਰਾ ਸਾਹਿਬ ਦੇ ਸਥਾਨ 'ਤੇ ਗਏ ਜਿੱਥੇ ਕਰਕੇ ਗੁਰੂ ਅਮਰਦਾਸ ਮਹਾਰਾਜ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਂਦੇ ਰਹੇ। ਨਮਸਕਾਰ ਕਰਦੇ ਆ ਬਾਬਾ ਮੋਹਰੀ ਜੀ ਨੂੰ। ਪਤਾ ਲੱਗਦਾ ਹੈ ਜਿਹੜੇ ਗੁਰੂ ਅਮਰਦਾਸ ਜੀ ਦੇ ਛੋਟੇ ਸੁਪੁੱਤਰ ਨੇ ਆ ਕਰਕੇ ਧੰਨ ਗੁਰੂ ਰਾਮਦਾਸ ਜੀ ਦੇ ਚਰਨ ਸਪਰਸ਼ ਕਰਦੇ ਹਾਏ। ਪਰੇ ਉਤਾਇਲ ਮਿਲੇ ਵੇ ਆਇਓ
ਆਪਸ ਮਹਿ ਬੰਦਤ ਹਰ ਖਾਇਓ। ਤੇ ਬੜੇ ਅਦਬ ਦੇ ਸਹਿਤ ਬੰਦਨਾ ਕੀਤੀ ਹੈ ਤੇ ਔਰ ਬਹੁਤ ਪ੍ਰਸੰਨ ਹੋਏ ਹੈ ਬਾਬਾ ਮੋਹਰੀ ਜੀ ਸਤਿਗੁਰੂ ਦੇਵ ਜੀ ਨੂੰ ਮਿਲ ਕਰਕੇ। ਲੈ ਆਪਣੇ ਬੰਧਨ ਗ੍ਰਹਿ ਕੋ ਤਬ ਗਇਓ, ਆਪਸ ਮਹਿ ਬੰਦਤ ਹਰ ਖਾਇਓ। ਫਿਰ ਗੁਰੂ ਜੀ ਨੂੰ ਬੇਨਤੀ ਕਰਕੇ ਇਹ ਮੋਹਰੀ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਆਪਣੇ ਘਰ ਲੈ ਜਾਂਦੇ ਹੈ। ਗੁਣ ਭਾਨੇ ਸਭ ਸੋ ਮਿਲ ਰੋਈ, ਬੜ ਚਿੰਤਾ ਮਹਿ ਵਿਆਕੁਲ ਹੋਈ। ਬੀਬੀ ਭਾਨੀ ਜੀ ਬਹੁਤ ਆਪਣੇ ਤਾਈਂ ਵੈਰਾਗ ਕਰ ਰਹੇ ਹੈ, ਭਾਰੀ ਚਿੱਤ ਨੂੰ ਸ਼ੋਕ ਹੈ, ਚਿੰਤਾ ਹੈ। ਕਿਉਂਕਿ ਹੁਣ ਉਹਨਾਂ ਦੇ ਪਤੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਗੁਰੂ ਅਮਰਦਾਸ ਜੀ ਦੇ ਵੱਲੋਂ ਦਿੱਤਾ ਹੋਇਆ ਜੀਵਨ ਦਾ ਸਮਾਂ ਸੰਪੂਰਨ ਹੋਣ ਦੇ ਕਿਨਾਰੇ ਹੈ। ਇਕ ਤੋ ਜਗ ਗੁਰ ਕੇਰ ਚਲਾਨੋ, ਬਹੁਰ ਸੁਤਨ ਮਹਿ ਝਗਰ ਮਹਾਨੋ। ਇੱਕ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਸਮਾਓ ਜਾਣ ਦਾ ਭਾਰੀ ਦੁੱਖ ਉਹਨਾਂ ਤਾਈਂ ਮੰਡਰਾ ਰਿਹਾ ਸਿਰ ਤੇ। ਔਰ ਦੂਸਰਾ ਸਤਿਗੁਰੂ ਜੀ ਦੇ ਸਪੁੱਤਰਾਂ ਦੇ ਵਿੱਚ ਜਿਹੜਾ ਪ੍ਰਿਥੀ ਚੰਦ ਨੇ ਵਿਰੋਧ ਕੀਤਾ ਵੀ ਗੁਰਿਆਈ ਦਾ ਹੱਕਦਾਰ ਮੈਂ ਸੀ ਤੇ ਇਹਨਾਂ ਨੇ ਤਖਤ ਸ੍ਰੀ ਅਰਜਨ ਜੀ ਨੂੰ ਦੇ ਦਿੱਤਾ ਹੈ ਤੇ ਵਿਵਾਦ ਹੀ ਸੀ। ਬੜਾ ਪ੍ਰਿਥੀ ਚੰਦ ਨੂੰ ਸਮਝਾਉਣਾ ਕੀਤਾ ਪਰ ਨਹੀਂ ਸੀ ਮੂਰਖ ਸਮਝ ਰਿਹਾ। ਇਸੇ ਕਰਕੇ ਸਤਿਗੁਰ ਦੇਵ ਅੰਮ੍ਰਿਤਸਰ ਤੋਂ ਚੱਲ ਕੇ ਗੋਬਿੰਦਵਾਲ ਸਾਹਿਬ ਆ ਜਾਂਦੇ ਆ। ਇਸ ਗੱਲ ਦਾ ਵੀ ਬੀਬੀ ਭਾਨੀ ਜੀ ਨੂੰ ਬਹੁਤ ਭਾਰੀ ਸੰਸਾ ਸੀ। ਉਠ ਹੈ ਉਪਾਦ ਵਿਚਾਰਤ ਰੋਵਤ, ਪਿਤਾ ਬਾਕ ਸਾਚੋ ਹੋਏ ਜੋਵਤ। ਬਹੁਤ ਦੁੱਖ ਕਲੇਸ਼ ਪੈਦਾ ਹੋਣਗੇ ਇਹ ਵਿਚਾਰਦੇ ਆ ਬੀਬੀ ਭਾਨੀ ਜੀ। ਕਿਉਂਕਿ ਗੁਰੂ ਰਾਮਦਾਸ ਜੀ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਜਿਹੜਾ ਇਹਨਾਂ ਦੇ ਵਿੱਚ ਭਾਰੀ ਇਹ ਵਿਵਾਦ ਹੈ ਇਹ ਵਧੇਗਾ, ਇਹ ਘਟੇਗਾ ਨਹੀਂ। ਤੇ ਉਹ ਹੁਣ ਪਿਤਾ ਜੀ ਦੇ ਕਹੇ ਹੋਏ ਬੋਲ ਹੁਣ ਆਪਣੇ ਤਾਈਂ ਸੱਚ ਹੁਣ ਜਿੱਥੇ ਹੋਣ ਦੀ ਖੁਸ਼ੀ ਹੈ ਵੀ ਸੋਢੀ ਕੁੱਲ ਵਿੱਚ ਗੁਰਦਗੱਦੀ ਰਹੀ, ਪਰ ਉੱਥੇ ਇਸ ਗੱਲ ਦਾ ਦੁੱਖ ਵੀ ਹੈ ਕਿ ਹੁਣ ਇਹਨਾਂ ਦੇ ਤਾਈਂ ਵੀ ਹੁਣ ਜਿਹੜਾ ਵਿਵਾਦ ਇਹ ਬਹੁਤ ਮਾੜਾ ਹੈ। ਆਪਰਨ ਕੁਲ ਮਹਿ ਜਾਤ ਗੁਰਾਈ, ਮੈਂ ਬਰ ਲੈ ਨਿਜ ਸਦਨ ਟਿਕਾਈ। ਤੇ ਮੈਂ ਆਪਣੇ ਗੁਰੂ ਪਿਤਾ ਤਾਈਂ ਇਹ ਵਰ ਪ੍ਰਾਪਤ ਕੀਤਾ ਸੀ ਸੇਵਾ ਕਰਕੇ, ਤੇ ਮੇਰੇ ਗੁਰੂ ਪਿਤਾ ਗੁਰੂ ਅਮਰਦਾਸ ਜੀ ਨੇ ਮੈਨੂੰ ਇਹ ਅਸੀਸ ਬਖਸ਼ੀ ਸੀ ਕਿ ਭਾਨੀ ਵੀ ਤੇਰੇ ਘਰ ਵਿੱਚ ਇਹ ਗੁਰਿਆਈ ਦਾ ਸਿੰਘਾਸਨ ਰਹੇਗਾ। ਗੁਰਤਾ ਰੁਕੇ ਕਲੇਸ਼ ਵਿਸਾਲ, ਪਿਤ ਨੇ ਕਹਿਓ ਬਾਕ ਇਸ ਢਾਲ। ਤੇ ਮੈਨੂੰ ਗੁਰੂ ਪਿਤਾ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਭਾਨੀ ਅੱਜ ਤੂੰ ਗੁਰਿਆਈ ਦੀ ਮੰਗ ਤੇ ਕਰ ਰਹੀ ਆ ਆਪਣੇ ਪਰਿਵਾਰ ਵਿੱਚ, ਪਰ ਇਹ ਪਰਿਵਾਰ ਦੇ ਵਿੱਚ ਭਾਰੀ ਕਲੇਸ਼ ਹੋਏਗਾ। ਤੇ ਉਹ ਹੁਣ ਕਲੇਸ਼ ਬੀਬੀ ਭਾਨੀ ਜੀ ਆਪਣੀਆਂ ਅੱਖਾਂ ਨਾਲ ਪ੍ਰਤੱਖ ਪ੍ਰਗਟ ਹੋਇਆ ਘਰ ਵਿੱਚ ਦੇਖ ਰਹੇ ਹੈ। ਤੇ ਮੈਂ ਜਾਨੋ ਉਤਪਾਤ, ਹੋਵਹਿਗੇ ਬਿਗੜਹਿ ਸਭ ਬਾਤ। ਤੇ ਮੈਂ ਅਣਜਾਣ ਸਾਂ, ਮੈਨੂੰ ਗੁਰੂ ਪਿਤਾ ਜੀ ਨੇ ਸਮਝਾਉਣਾ ਵੀ ਚਾਹਿਆ ਤੇ ਭਾਰੀ ਹੁਣ ਪੁੱਤਰਾਂ ਵਿੱਚ ਵਿਗਾੜ ਪੈਦਾ ਹੋਏਗਾ। ਏਮ ਸਮਝਾਏ ਸੰਗ ਪਰਜਾਈ, ਗਲ ਮਿਲ ਰੁਦਤ ਭਈ ਚਿਰਤਾਈ। ਇਉਂ ਕਿੰਨਾ ਸਮਾਂ ਹੀ ਬੀਬੀ ਭਾਨੀ ਜਿਸ ਗੱਲ ਦਾ ਸੰਸਾ ਆਪਣੀ ਭਰਜਾਈ ਜੋ ਬਾਬਾ ਮੋਹਰੀ ਜੀ ਦੀ ਇਸਤਰੀ ਹੈ ਉਹਨਾਂ ਦੇ ਤਾਈਂ ਗਲ ਮਿਲ ਕੇ ਗਲ ਲਾ ਕੇ ਜਿੱਥੇ ਰੋਂਦੇ ਹੈ ਉਥੇ ਇਸ ਸੰਸੇ ਦਾ ਆਪਣਾ ਜਿਹੜਾ ਮੂਲ ਕਾਰਨ ਹੈ ਉਹ ਦਰਸਾਉਂਦੇ ਹੈ। ਉਨ ਸਭ ਤ੍ਰਿਨ ਦੀਨ ਦਿਲਾਸਾ, ਪਹੁੰਚ ਬਦਨ ਕੋ ਬੈਠਤ ਪਾਸਾ। ਸਾਰੀਆਂ ਇਸਤਰੀਆਂ ਨੇ ਬੀਬੀ ਭਾਨੀ ਜੀ ਨੂੰ ਯਥਾਯੋਗ ਧੀਰਜ ਬਖਸ਼ਿਆ ਵੀ ਕੋਈ ਨਹੀਂ, ਇਹ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਹੈ, ਇਹ ਪੁੱਤਰਾਂ ਵਿੱਚ ਜਿਹੜਾ ਵਿਵਾਦ ਇਹ ਸੰਪਟ ਜਾਏਗਾ। ਪੁਨ ਗੁਰ ਢਿਗ ਮੋਹਨ ਚੱਲ ਆਇਓ, ਵਾਹਿਗੁਰੂ ਨਮੋ ਪਰਮਸਪਰ ਕਰ ਸੁਖ ਪਾਇਓ। ਫਿਰ ਬਾਬਾ ਮੋਹਨ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਚੱਲ ਕੇ ਆਏ। ਉਹਨਾਂ ਨੇ ਵੀ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਨਾ ਕੀਤੀ। ਬਾਬਰ ਲੋਕ ਸਿਆਣੇ ਸਭ ਆਏ, ਕਰ ਕਰ ਨਮੋ ਥਿਰੇ ਤਿਸ ਥਾਏ। ਤੇ ਬੜੇ ਸੋਹਣੇ ਬਚਨ ਬਿਲਾਸ ਬਾਬਾ ਮੋਹਨ ਜੀ ਨੇ ਕਰਨਾ ਕੀਤੇ। ਹੋਰ ਨਗਰ ਦੇ ਪਤਵੰਤੇ ਸਿੱਖ ਸੇਵਕ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਏ, ਸਭ ਨੇ ਨਮਸਕਾਰਾਂ ਕੀਤੀਆਂ, ਜੋਹਾਰਾਂ ਕੀਤੀਆਂ। ਬੁੱਢੇ ਆਦਿਕ ਸੰਗ ਜੇ ਆਏ ਗਏ, ਮਿਲੇ ਪਰਸ ਪਰ ਬੈਠਤ ਭਏ। ਬਾਬਾ ਬੁੱਢਾ ਜੀ ਤੇ ਹੋਰ ਮੁਖੀ ਸਿੱਖ ਜਿਹੜੇ ਨਾਲ ਆਏ ਸੀ ਗੁਰੂ ਰਾਮਦਾਸ ਜੀ ਦੇ, ਉਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਇਰਦ ਗਿਰਦ ਵਿਰਾਜ ਰਹੇ ਸੀ। ਸਭ ਪ੍ਰਿਥੀਏ ਕੀ ਬਾਤ ਸੁਣਾਈ, ਬੇਗਰ ਪਰਿਓ ਬਹੁ ਕਰੀ ਲੜਾਈ। ਤੇਰੇ ਬਾਬਾ ਬੁੱਢਾ ਜੀ ਤੇ ਮੁਖੀ ਸਿੱਖਾਂ ਨੇ ਦੱਸਣਾ ਕੀਤਾ ਵੀ ਗੁਰੂ ਰਾਮਦਾਸ ਜੀ ਤੇ ਇੱਥੇ ਤਾਂ ਕਰਕੇ ਆਏ ਆ ਵੀ ਪ੍ਰਿਥੀ ਚੰਦ ਨੇ ਸਤਿਗੁਰੂ ਜੀ ਦਾ ਭਾਰੀ ਅਪਮਾਨ ਕੀਤਾ ਹੈ, ਬੜੇ ਮੈਲੇ ਵਿਗਾੜ ਦੇ ਬੋਲ ਬੋਲਣਾ ਕੀਤੇ ਹੈ। ਅਪਮਾਨਤ ਦੁਰਬੈਨ ਬਖਾਨੇ, ਇਹਾਂ ਆਏ ਚੱਲ ਖੋਟੋ ਜਾਣੇ। ਅਤੇ ਸਤਿਗੁਰੂ ਦੇਵ ਜੀ ਦਾ ਭਾਰੀ ਅਪਮਾਨ ਕੀਤਾ, ਖੋਟੇ ਬਚਨ ਉਹਨੇ ਕਮਾਉਣਾ ਕੀਤੇ ਮਹਾਰਾਜ ਨੂੰ ਬੋਲ ਕੇ।
ਤੇ ਭਾਰੀ ਅਪਮਾਨ ਨੂੰ ਸੁਣ ਸਤਿਗੁਰੂ ਦੇਵ ਜੀ ਨੇ ਸਹਾਰਿਆ ਨਹੀਂ। ਇਸ ਕਰਕੇ ਕਿਨਾਰਾ ਹੀ ਕਰ ਇੱਥੇ ਆਉਣਾ ਠੀਕ ਸਮਝਿਆ। ਸ੍ਰੀ ਅਰਜਨ ਥਿਰ ਕਰ ਨਿਜ ਥਾਨੇ, ਗੁਰ ਚਾਹਸ ਤਨ ਤਿਆਗ ਸਿਧਾਨੇ। ਤੇ ਹੁਣ ਗੁਰੂ ਜੀ ਨੇ ਆਪਣੇ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦਾ ਸਿੰਘਾਸਨ ਬਖਸ਼ ਦਿੱਤਾ ਹੈ ਤੇ ਹੁਣ ਆਪਣਾ ਇਹ ਸਰੀਰਕ ਚੋਲਾ ਤਿਆਗਣ ਜਾ ਰਹੇ ਹੈ। ਸੁਣਤ ਦੋ ਪ੍ਰਾਤਨ ਦੁਖ ਮਾਨਾ, ਕੀਨ ਅਜੋਗ ਨਾ ਬਣਿਓ ਸਿਆਨਾ। ਬਾਬਾ ਮੋਹਨ ਤੇ ਮੋਹਰੀ ਜੀ ਨੇ ਜਦੋਂ ਪਿਰਥੀ ਚੰਦ ਦੀ ਹੁਣ ਆਪਣੇ ਭਾਣਜੇ ਦੀ ਖੋਟੀ ਗੱਲ ਸੁਣੀ ਨਾ, ਤੇ ਉਹਨਾਂ ਨੇ ਵੀ ਇਸ ਗੱਲ ਨੂੰ ਬੁਰਾ ਸਮਝਿਆ ਵੀ ਮਾੜਾ ਕੀਤਾ ਪਿਰਥੀ ਚੰਦ ਨੇ, ਉਹਨੇ ਕੋਈ ਸਿਆਣਪ ਨਹੀਂ ਕੀਤੀ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਅਵੱਗਿਆ ਅਪਮਾਨ ਕਰਕੇ। ਸੁਧ ਪ੍ਰਥਮ ਤਾਹੇ ਕੋ ਹੇਰਾ, ਹਮਨੇ ਕਰਹਿ ਕੋ ਕਾਜ ਲੋਗ ਕੋ ਪ੍ਰੇਰਾ। ਤੇ ਅਸੀਂ ਆਪਣੇ ਤਾਂ ਹੀ ਪਿਰਥੀ ਚੰਦ ਨੂੰ ਵੇਖਿਆ ਸੀ ਜੋ ਲੋਭ ਦੇ ਵਸ ਮੰਦੇ ਕਰਮ ਕਮਾ ਰਿਹਾ ਹੈ, ਪਰ ਅਸੀਂ ਉਹਨੂੰ ਆਪਣੇ ਤਾਂ ਹੀ ਵਰਜਨਾ ਕੀਤਾ ਸੀ। ਪਿਤ ਕੇ ਜੀਵਤ ਰਹੀ ਸੁਲਾਜਾ, ਅਬ ਨਾ ਮਿਟੈ ਕੋ ਕਰਹਿ ਕੋ ਕਾਜਾ। ਪਿਤਾ ਜੀ ਦੇ ਜਿਉਂਦੇ ਜੀ ਕੁਝ ਉਹਨੂੰ ਸ਼ਰਮ ਕਰਨੀ ਚਾਹੀਦੀ ਸੀ, ਅਗਾਂਹ ਹੁਣ ਉਹ ਨਹੀਂ ਹਟੇਗਾ ਜਿਹੜਾ ਹੁਣੇ ਇਹ ਮਾੜੇ ਬਚਨ ਸਤਿਗੁਰੂ ਜੀ ਦੀ ਹਯਾਤੀ ਵਿੱਚ ਰਹਿੰਦੇ ਹੀ ਬੋਲ ਰਿਹਾ ਹੈ। ਗੁਰੂ ਰਾਮਦਾਸ ਜੀ ਨੂੰ ਔਰ ਗੁਰੂ ਅਰਜਨ ਦੇਵ ਜੀ ਨੂੰ ਉਹ ਅਗਾਂਹ ਵੀ ਫਿਰ ਬਖੇੜਾ ਹੀ ਖੜਾ ਕਰੇਗਾ। ਏਮ ਕਹਿ ਸਭ ਠਾਨਤ ਅਫਸੋਸ, ਰਿਥੀਏ ਮੈਂ ਹੰਕਾਰ ਕੋ ਦੋਸ਼। ਤੇ ਪਿਰਥੀ ਚੰਦ ਵਿੱਚ ਸਾਰੇ ਹੰਕਾਰ ਦਾ ਦੋਸ਼ ਜਾਣ ਰਹੇ ਹੈ ਤੇ ਇਉਂ ਭਾਰੀ ਅਫਸੋਸ ਸਾਰੇ ਪ੍ਰਗਟਾਉਂਦੇ ਹੈ। ਲੋਕ ਸਕਲ ਹੀ ਚਿੰਤਾ ਲਹੈ, ਗੁਰਤਾ ਮਹਿ ਬਿਗਾਰ ਪਰ ਰਹਿ। ਸਾਰੇ ਹੀ ਲੋਕ ਚਿੰਤਾ ਵਿੱਚ ਡੁੱਬ ਗਏ ਵੀ ਗੁਰਗੱਦੀ ਦੇ ਲਈ ਪਿਰਥੀ ਚੰਦ ਬਹੁਤ ਹੁਣ ਭੈੜੇ ਭੈੜੇ ਕਰਮ ਵੀ ਕਰ ਸਕਦਾ ਹੈ। ਆਪਰ ਵਾਰਤਾ ਭਈ ਅਨੇਕ, ਕੌਣ ਕਹੈ ਤਨ ਸਰਬ ਵਿਵੇਕ। ਹੁਣ ਪਿਰਥੀ ਚੰਦ ਦੇ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ ਤੇ ਉਹਨਾਂ ਗੱਲਾਂ ਦਾ ਕੋਈ ਪਾਰਾਵਾਰ ਨਹੀਂ ਜਿਹੜੀਆਂ ਸਿਆਣਿਆਂ ਨੇ ਉੱਥੇ ਕਹੀਆਂ ਵੀ ਪਿਰਥੀ ਚੰਦ ਆਏ ਵੀ ਕਰ ਸਕਦਾ, ਪਿਰਥੀ ਚੰਦ ਇਹ ਵੀ ਕਾਰਨਾਮਾ ਕਰ ਸਕਦਾ, ਪਿਰਥੀ ਚੰਦ ਇਉਂ ਵੀ ਗੁਰੂ ਘਰ ਦੀ ਹੇਠੀ ਕਰਨ ਦਾ ਹੁਣ ਆਪਣੇ ਤਾਂ ਹੀ ਮਨਸੂਬਾ ਬਣਾ ਸਕਦਾ। ਹੁਣ ਐਸੀਆਂ ਅਨੇਕਾਂ ਹੀ ਵਿਚਾਰਾਂ ਵਿਵੇਕਸ਼ੀਲ ਸਰੀਰਾਂ ਨੇ ਇੱਥੇ ਇੱਕ ਦੂਜੇ ਦੇ ਤਾਂ ਹੀ ਦਰਸਾਉਣੀਆਂ ਕੀਤੀਆਂ। ਪਿਆਰ ਆਹਾਰ ਖਾਏ ਕਰ ਸੋਏ, ਨਿਜ ਨਿਜ ਥਲ ਮਹਿ ਨਰ ਸਭ ਕੋਏ। ਸੰਧਿਆ ਦਾ ਭੋਜਨ ਪਾਣੀ ਤਿਆਰ ਹੋਇਆ, ਸਭ ਨੇ ਛਕਿਆ ਤੇ ਰਾਤਰੀ ਦੇ ਵਿਸ਼ਰਾਮ ਲਈ ਸਾਰੇ ਸਿੱਖ ਸੇਵਕ ਯਥਾਯੋਗ ਆਪਣੇ ਸਥਾਨਾਂ ਤੇ ਆਪਣੇ ਟਿਕਾਣਿਆਂ ਤੇ ਆਸਨ ਕਰਨ ਦੇ ਲਈ ਵਿਸ਼ਰਾਮ ਦੇ ਲਈ ਚਲੇ ਜਾਂਦੇ ਹੈ। ਭਾਨੀ ਕੇ ਮਨ ਚਿੰਤ ਮਹਾਨੀ, ਗਿਣਤੀ ਗਿਨਹਿ ਅਨੇਕ ਵਿਧਾਨੀ। ਬੀਬੀ ਭਾਨੀ ਜੀ ਨੂੰ ਬਹੁਤ ਭਾਰੀ ਚਿੱਤ ਵਿੱਚ ਚਿੰਤਾ ਹੈ ਤੇ ਬੜੀਆਂ ਵਿਚਾਰਾਂ ਚਿੱਤ ਵਿੱਚ ਵਾਚਦੇ ਹੈ। ਸ੍ਰੀ ਅਰਜਨ ਵਿਛਰੇ ਚਿਰ ਰਹੇ, ਸਭ ਸੋ ਮਿਲ ਕਰ ਆਨੰਦ ਲਹੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿੰਨਾ ਸਮਾਂ ਤੇ ਹੁਣ ਉਹਨਾਂ ਨੂੰ ਲਾਹੌਰ ਹੀ ਲੰਘ ਗਏ ਸੀ, 2 ਵਰ੍ਹੇ 2 ਸਾਲ ਤੇ ਇੱਥੇ ਹੁਣ ਕਿਸੇ ਸਿੱਖ ਸੇਵਕ ਨੂੰ ਮਿਲੇ ਨਹੀਂ ਸੀ, ਪਰ ਹੁਣ ਜਦੋਂ ਇੱਥੇ ਆਪਣੇ ਗੁਰੂ ਪਿਤਾ ਜੀ ਦੇ ਨਾਲ ਆਏ ਆ ਸਾਰਿਆਂ ਨੂੰ ਮਿਲਦੇ ਆ। ਯਥਾਯੋਗ ਸਾਰੇ ਸਿੱਖ ਸੇਵਕ ਵੀ ਆਪਣਾ ਗੁਰੂ ਜਾਣਦੇ ਹੋਏ ਸਤਿਕਾਰ ਦਿੰਦੇ ਹੈ। ਮਾਤੁਲ ਅਰ ਮਾਤੁਲ ਕੀ ਦਾਰਾ, ਸਿਰ ਪਰ ਕਰ ਫੇਰਤ ਦੇ ਪਿਆਰਾ। ਬਾਬਾ ਮੋਹਰੀ ਜੀ ਮੋਹਨ ਜੀ ਉਹਨਾਂ ਦੀ ਇਸਤਰੀ ਬਾਬਾ ਮੋਹਰੀ ਜੀ ਦੀ ਬੜਾ ਆਪਣੇ ਤਾਂ ਹੀ ਭਾਣਜੇ ਨੂੰ ਹੁਣ ਜਿਨ੍ਹਾਂ ਨੂੰ ਗੁਰਿਆਈ ਦਾ ਛਤਰ ਤੇ ਸਿੰਘਾਸਨ ਪ੍ਰਾਪਤ ਹੋਇਆ ਉਹਨਾਂ ਦਾ ਸਤਿਕਾਰ ਕਰਦੇ ਹੈ ਔਰ ਆਪਣੇ ਤਾਂ ਹੀ ਸਿਰ ਹੱਥ ਰੱਖ ਅਸੀਸਾਂ ਦਿੰਦੇ ਹੈ। ਬੁੱਢੇ ਆਦਿਕ ਸਿੱਖ ਗੁਰ ਪਾਸ, ਜਾਗਰਤ ਕਰਤੇ ਬਚਨ ਬਿਲਾਸ। ਬਾਬਾ ਬੁੱਢਾ ਜੀ ਤੇ ਆਦਿਕ ਜਿਹੜੇ ਮੁਗੀ ਸਿੱਖ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਜਦੋਂ ਸਤਿਗੁਰੂ ਦੇ ਵਿਸ਼ਰਾਮ ਦੇ ਲਈ ਟਿਕਿਆ ਰਾਤਰੀ ਅਸਥਾਨ ਤੇ ਬਚਨ ਬਿਲਾਸ ਕਰਦੇ ਹੈ। ਨਿਸ਼ਾ ਵਿਖੇ ਸੁਪਤੇ ਨਹ ਕੋ, ਸਤਿਗੁਰ ਤਿਆਰੀ ਕੋ ਲਖ ਸੂ। ਹੁਣ ਕੋਈ ਸਿੱਖ ਸੇਵਕ ਅੱਜ ਰਾਤ ਨੂੰ ਸੁੱਤਾ ਨਹੀਂ, ਕਿਉਂਕਿ ਸਭ ਨੂੰ ਪਤਾ ਹੈ ਵੀ ਅੱਜ ਸਤਿਗੁਰੂ ਦੇਵ ਜੀ ਨੇ ਅੰਮ੍ਰਿਤ ਵੇਲੇ ਆਪਣੇ ਇਸ 5 ਭੂਤਿਕ ਸਰੀਰ ਦਾ ਤਿਆਗ ਕਰਨਾ ਹੈ। ਜਾਮ ਜਾਮਨੀ ਤੀਨ ਬਿਤਾਈ, ਉਠੇ ਗੁਰੂ ਸਭ ਸੋਚ ਬਣਾਈ। ਇਉਂ ਜਦੋਂ 3 ਪਹਿਰ ਰਾਤ ਬਤੀਤ ਹੋ ਗਈ, 4ਥਾ ਪਹਿਰ ਅੰਮ੍ਰਿਤ ਵੇਲੇ ਦਾ ਹੋਇਆ, ਸਤਿਗੁਰੂ ਦੇਵ ਜੀ ਨੇ ਆਪਣੀ ਸਰੀਰਕ ਕਿਰਿਆ ਨੂੰ ਕਰਨਾ ਕੀਤਾ। ਭਾਨੀ ਕੋ ਹਕਾਰ ਨਿਜ ਸਾਥ, ਪ੍ਰੇਮੀ ਸਿੱਖ ਸੰਗ ਲੈ ਨਾਥ। ਸਤਿਗੁਰੂ ਗੁਰੂ ਰਾਮਦਾਸ ਆਪਣੀ ਸ੍ਰੀ ਬੀਬੀ ਭਾਨੀ ਜੀ ਨੂੰ ਬੁਲਾਉਂਦੇ ਆ, ਸਾਰੇ ਸਿੱਖ ਸੇਵਕ ਮੁਖੀਆਂ ਨੂੰ ਸੱਦਾ ਦਿੰਦੇ ਹੈ। ਮੋਹਨ ਔਰ ਮੋਹਰੀ ਜੋ ਆਏ,
ਜਾਏ ਬਾਪ ਕਾ ਜਲ ਸੋਨ ਨਹਾਏ। ਹਾਂ ਬਾਬਾ ਮੋਹਨ ਜੀ ਮੋਰੀ ਜੀ ਸਾਰੇ ਬੌੜੀ ਸਾਹਿਬ ਦੇ ਕੰਢੇ ਆ ਕੇ ਇਸ਼ਨਾਨ ਕਰਦੇ ਹੈ। ਗਾਵਣ ਲੱਗੇ ਰਬਾਬੀ ਵਾਰ ਭਾਂਤ ਭਾਂਤ ਕੇ ਸ਼ਬਦ ਉਚਾਰ। ਆ ਤੇ ਇੱਥੇ ਹੁਣ ਰਬਾਬੀ ਹੈ ਜਿਹੜੇ ਆਸਾ ਦੀ ਵਾਰ ਦਾ ਮਨੋਹਰ ਹਰਜਸ ਕੀਰਤਨ ਕਰਦੇ ਆ ਅੰਮ੍ਰਿਤ ਵੇਲੇ। ਭਾਂਤ ਭਾਂਤ ਦੇ ਬਾਣੀ ਦੇ ਸ਼ਬਦਾਂ ਦਾ ਗਾਇਨ ਹੋ ਰਿਹਾ ਹੈ। ਸੁਣ ਵੇ ਲੱਗੇ ਪ੍ਰੇਮ ਕਰ ਸਾਰੇ ਬੈਠੇ ਸਤਿਗੁਰ ਸਭਨ ਮਝਾਰੇ। ਹਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਰੇ ਸਿੱਖ ਸੇਵਕਾਂ ਦੇ ਵਿਚਕਾਰ ਆਪਣਾ ਹੁਣ ਤਖਤ ਸਜਾ ਕਰਕੇ ਸ਼ੋਭਾ ਤਖਤ ਤੇ ਪਾ ਰਹੇ ਹੈ। ਨਿਜਾ ਜਨੰਦ ਮਹਿ ਲੱਗੀ ਸਮਾਦ ਸਦਾ ਏਕ ਰਸ ਪਰਮ ਅਗਾਧ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪਣੇ ਰੱਬੀ ਸਰੂਪ ਦੇ ਵਿੱਚ ਟਿਕੇ ਹੋਏ ਹੈ ਤੇ ਮਹਾਰਾਜ ਜੀ ਸਮਾਧੀ ਸਥਿਰ ਹੁੰਦੇ ਹੈ। ਗੁਰ ਕੇ ਨਰ ਸੁਣ ਸਭ ਆਏ ਮੌਨ ਨਾ ਠਾਨ ਬੈਠੇ ਸਮੁਦਾਏ। ਸਾਰੇ ਸਿੱਖ ਸੇਵਕ ਗੋਇੰਦਵਾਲ ਸਾਹਿਬ ਦੇ ਨਗਰ ਦੇ ਤੇ ਹੋਰ ਜਿਹੜੇ ਨੇਮੀ ਪ੍ਰੇਮੀ ਗੁਰੂ ਨਾਨਕ ਘਰ ਦੇ ਆ ਸਭ ਇੱਥੇ ਗੁਰੂ ਹਜ਼ੂਰੀ ਦੇ ਵਿੱਚ ਹੁਣ ਆਪਣੀਆਂ ਇੰਦਰੀਆਂ ਨੂੰ ਸੰਕੋਚ ਕੇ ਬੈਠੇ ਹਰ ਜਸ ਦਾ ਲਾਹਾ ਲੈ ਰਹੇ ਹੈ। ਭਈ ਆਨ ਜਬ ਹੂੰ ਪੁਨਸਾਰ ਪਰਿਓ ਭੋਗ ਤਬ ਆਸਾ ਵਾਰ। ਇਉਂ ਜਦੋਂ ਸੂਰਜ ਚੜ੍ਹ ਜਾਂਦਾ ਹੈ ਤੇ ਰਬਾਬੀ ਆਸਾ ਦੀ ਵਾਰ ਦੇ ਹਰਜਸ ਕੀਰਤਨ ਦੀ ਸਮਾਪਤੀ ਕਰਦੇ ਆ ਭੋਗ ਪੈਂਦਾ ਹੈ। ਹਾਥ ਜੋਰ ਕਰ ਮਸਤਕ ਟੇਕਾ ਬਹੁਰੋ ਬੋਲੇ ਜਲਦ ਵਿਵੇਕਾ। ਸਾਰੇ ਸਿੱਖ ਸੇਵਕ ਸਤਿਗੁਰੂ ਦੇਵ ਜੀ ਨੂੰ ਨਮਸਕਾਰ ਕਰਦੇ ਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਾਰੇ ਸਿੱਖ ਸੇਵਕਾਂ ਨੂੰ ਇਉਂ ਵਚਨ ਆਪਣੇ ਸੱਸ ਮੁਖ ਤੋਂ ਦਰਸਾਉਂਦੇ ਹੈ। ਹੁਣ ਹੋ ਸਿੱਖ ਤੁਮ ਸਤਿਗੁਰ ਪਿਆਰੇ ਸਿਮਰੋ ਹਰ ਹਰ ਜਨਮ ਸੁਧਾਰੇ। ਮਹਾਰਾਜ ਆਖਦੇ ਭਾਈ ਸਿੱਖੋ ਤੁਸੀਂ ਸਾਰੇ ਗੁਰੂ ਨਾਨਕ ਦੇ ਸਿੱਖ ਸੇਵਕ ਹੋ। ਤੁਸੀਂ ਆਪਣੇ ਮੁਖ ਤੋਂ ਹਰ ਜਸ ਕਰੋ ਤੇ ਆਪਣੇ ਜੀਵਨ ਦਾ ਭਲਾ ਕਰ ਲੈਣਾ ਕਰੋ। ਤੇ ਬਾਣੀ ਵਿੱਚ ਵੀ ਮਹਾਰਾਜ ਸਾਨੂੰ ਇਹੀ ਪ੍ਰੇਰਣਾ ਦਰਸਾਉਂਦੇ ਹੈ ਨਾ ਕਿ ਆਪਣੇ ਤਾਈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾ ਬਿਰਥਾ ਕੋਈ ਨਾ ਜਾਏ ਜੀ ਆਵੈ ਤੁਦਾਹੇ। ਤੋ ਮਹਾਰਾਜ ਐਸੇ ਪਵਿੱਤਰ ਵਚਨ ਆਪਣੇ ਮੁਖ ਤੋਂ ਗੁਰਸਿੱਖਾਂ ਨੂੰ ਦਰਸਾਉਂਦੇ ਹੈ। ਅੰਤ ਸਮਾਇਬ ਭਇਓ ਹਮਾਰਾ ਤਨ ਤਿਆਗੈ ਪਰ ਲੋਕ ਪਧਾਰੈ। ਮਹਾਰਾਜ ਆਖਰੇ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਹੁਣ ਸਾਡਾ ਸਰੀਰ ਦਾ ਤਿਆਗਣ ਦਾ ਵੇਲਾ ਹੈ। ਹੁਣ ਅਸੀਂ ਆਪਣੇ ਸੱਚਖੰਡ ਧਾਮ ਜਾਵਾਂਗੇ। ਸ਼੍ਰੀ ਨਾਨਕ ਗੁਰ ਅੰਗਦ ਔਰਾ ਸ਼੍ਰੀ ਗੁਰ ਅਮਰ ਚੌਥ ਧਨ ਮੋਰਾ। ਸਾਹਿਬ ਕਹਿਣ ਲੱਗੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਉਸੇ ਤਰ੍ਹਾਂ ਅਸੀਂ ਵੀ ਆਪਣੇ ਇਸ ਸਰੀਰ ਦਾ ਹੁਣ ਜਿਹੜਾ ਚੋਲਾ ਤਿਆਗਾਂਗੇ। ਜਿਵੇਂ ਮਹਾਰਾਜ ਦੇ ਬਾਣੀ ਦੇ ਬਚਨ ਨੇ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਬਖਾਣੀ ਆਤਮ ਪਸਾਰਾ ਕਰਨ ਹਾਰਾ ਤਿਸ ਬਿਨਾ ਨਹੀਂ ਜਾਣੀਐ। ਤੋ ਇਹ ਮਹਾਰਾਜ ਸਿੱਖਾਂ ਨੂੰ ਆਪਣੇ ਸੱਚਖੰਡ ਜਾਣ ਦੀ ਖਬਰ ਕਰਦੇ ਹੈ। ਚਾਰੋਂ ਗੁਰ ਕੋ ਦਰਸ਼ ਵਿਸੇਖੋ ਪੰਚਮ ਸ਼੍ਰੀ ਅਰਜਨ ਬਾਪ ਦੇਖੋ। ਮਹਾਰਾਜ ਕਹਿਣ ਲੱਗੇ ਜਿਵੇਂ ਤੁਸੀਂ ਸਾਡੇ ਪਹਿਲੇ 4 ਸਰੂਪਾਂ ਦਾ ਦੀਦਾਰ ਕੀਤਾ ਗੁਰੂ ਨਾਨਕ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਹੁਣ ਚੌਥਾ ਸਰੂਪ ਤੁਸੀਂ ਸਾਡਾ ਨਿਹਾਰਨਾ ਕੀਤਾ। ਇਸੇ ਤਰ੍ਹਾਂ ਸਾਡੇ ਪੰਜਵੇਂ ਥਾਂ ਤੇ ਤੁਸੀਂ ਸਾਡਾ ਹੀ ਸਰੂਪ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਦੇਖਣਾ। ਏਕ ਰੂਪ ਪੰਚਹੁ ਕੋ ਜਾਨੋ ਭੇਦ ਰਤੀ ਕੋ ਨਹੀਂ ਮਨ ਠਾਨੋ। ਆ ਸਾਡੇ ਪੰਜਾਂ ਦਾ ਤੁਸੀਂ ਇੱਕੋ ਹੀ ਸਰੂਪ ਜਾਣਨਾ। ਤੁਸੀਂ ਰਤਾ ਜਿੰਨਾ ਵੀ ਭੇਦ ਸਾਡੇ ਪੰਜਾਂ ਦੇ ਵਿੱਚ ਨਹੀਂ ਜਾਣਨਾ। ਤੇ ਮਹਾਰਾਜ ਜੀ ਨੇ ਇਹੀ ਸਾਡੇ ਤਾਈਂ ਬਚਨ ਦਰਸਾਉਣਾ ਕੀਤੇ ਸੀ। ਗੁਰੂ ਨਾਨਕ ਦੇਵ ਗੋਬਿੰਦ ਰੂਪ 10 ਪਾਤਸ਼ਾਹੀਆਂ ਇੱਕੋ ਹੀ ਜੋਤ ਦੇ ਮਾਲਕ ਨੇ। ਤੋ ਇਹ ਤੇ ਮਹਾਰਾਜ ਬਾਣੀ 'ਚ ਵੀ ਬਚਨ ਕਰਦੇ 10ਵੇਂ ਪਾਤਸ਼ਾਹ ਕਿ ਭਾਂਤ ਭਾਂਤ ਸਾਨੂੰ ਬਹੁਤਿਆਂ ਨੇ ਜਾਣਨਾ ਕੀਤਾ ਏਕ ਰੂਪ ਕਿਨਹੂ ਪਹਿਚਾਨਾ। ਵੀ ਸਾਡਾ ਇੱਕ ਰੂਪ ਕਿਸੇ ਵਿਰਲੇ ਸੇਵਕ ਨੇ ਜਾਣਿਆ ਨਹੀਂ ਤੇ ਸਾਨੂੰ ਵੱਖਰਾ ਵੱਖਰਾ ਹੀ ਸਿੱਖਾਂ ਨੇ ਬਹੁਤਿਆਂ ਨੇ ਸਮਝਿਆ ਹੈ। ਪਲਤ ਪਲਤ ਗਨ ਸਿੱਖ ਸਹਾਇਕ ਇਹ ਸਭ ਭਾਰ ਧਾਰ ਬੇਲਾਇਕ। ਮਹਾਰਾਜ ਕਹਿਣ ਲੱਗੇ ਅਸੀਂ ਤੁਹਾਡੇ ਹਲਤ ਪਲਤ ਦੇ ਲੋਕ ਪਰਲੋਕ ਦੇ ਸਹਾਈ ਹਾਂ ਤੇ ਸ਼੍ਰੀ ਅਰਜਨ ਜੀ ਹੁਣ ਸਾਡੇ ਸਥਾਨ ਤੇ ਨੇ ਜਿਨ੍ਹਾਂ ਨੇ ਹੁਣ ਭਾਰੀ ਗੁਰਿਆਈ ਦਾ ਸਿੰਘਾਸਨ ਹਾਸਲ ਕੀਤਾ ਹੈ। ਇਹ ਗੁਰਤਾ ਗੱਦੀ ਕੋ ਸ਼ੋਭਾ ਰਤਨਾ ਕਰ ਗੰਭੀਰ ਅਛੋਭਾ। ਹਾਂ ਇਹ ਆਪਣੇ ਤਾਈਂ
ਗਹਿਰੇ ਹੁਣ ਜਿਵੇਂ ਸਮੁੰਦਰ ਦੇ ਵਿੱਚ ਬੇਅੰਤ ਹੀਰੇ ਮੋਤੀ ਪਏ ਹੁੰਦੇ ਹੈ, ਪਰ ਉਹ ਪ੍ਰਾਪਤ ਕਿਹਨਾਂ ਨੂੰ ਹੁੰਦੇ ਆ? ਜਿਹੜੇ ਆਪਣੇ ਤਾਈਂ ਖੋਜ ਲੈਂਦੇ ਹੈ। ਇਸੇ ਤਰ੍ਹਾਂ ਜਿਹੜਾ ਗੁਰਿਆਈ ਦਾ ਸਿੰਘਾਸਣ ਹੈ, ਇਹ ਸ਼੍ਰੀ ਅਰਜਨ ਦੇਵ ਜੀ ਇਹਦੇ 'ਤੇ ਸ਼ੋਭ ਰਹੇ ਹੈ। ਕਿਉਂਕਿ ਇਹਨਾਂ ਨੇ ਧੰਨ ਗੁਰੂ ਅਮਰਦਾਸ ਜੀ ਤੋਂ ਬਖਸ਼ਿਸ਼ ਹਾਸਲ ਕਰ ਲਈ ਸੀ, ਜਿਸ ਬਾਬਤ ਆਪਾਂ ਗੁਰੂ ਇਤਿਹਾਸ ਦੇ ਬਚਨ ਪਿੱਛੇ ਵੀ ਪੜ੍ਹੇ ਸੀ ਕਿ ਮਹਾਰਾਜ ਨੇ ਬਚਨ ਕੀਤੇ ਸਨ ਕਿ ਦੋਹ ਥਾ ਬਾਣੀ ਕਾ ਬੋਝ ਥਾ। ਅਤੇ ਭੱਟਾਂ ਨੇ ਲਿਖਿਆ ਗੁਰੂ ਅਰਜਨ ਸਾਹਿਬ ਮਹਾਰਾਜ ਬਾਰੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੋ ਇਉਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਵਡਿਆਈ ਸੋਢੀ ਸੁਲਤਾਨ ਆਪਣੀ ਹਜ਼ੂਰੀ ਵਿੱਚ, ਆਪਣੀ ਹਯਾਤੀ ਵਿੱਚ ਬੈਠੇ ਸਿੱਖਾਂ ਨੂੰ ਜਣਾਉਂਦੇ ਹੈ। ਇਸ ਕੇ ਸੰਗ ਜੋ ਰਚੈ ਖੁਟਾਈ, ਪੂਜੈ ਨਾ ਦੀਨ ਦੁਨੀ ਦੁਖ ਪਾਈ। ਤੇ ਜਿਹੜਾ ਸਾਡੇ ਪੰਜਵੇਂ ਸਰੂਪ ਸ਼੍ਰੀ ਅਰਜਨ ਦੇਵ ਜੀ ਦੇ ਤਾਈਂ ਖੋਟ ਕਮਾਏਗਾ, ਇਹਨਾਂ ਦੀ ਨਿੰਦਿਆ ਕਰੇਗਾ, ਉਹ ਇਹਨਾਂ ਦੀ ਬਰਾਬਰੀ ਨਹੀਂ ਕਰ ਸਕੇਗਾ। ਦੀਨ ਦੁਨੀ ਦੁਖ ਪਾਈ, ਉਹ ਦੀਨ ਵਿੱਚ ਅਤੇ ਦੁਨੀਆ ਵਿੱਚ, ਉਹ ਧਰਮ ਦੇ ਵਿੱਚ ਵੀ ਤੇ ਸਮਾਜ ਵਿੱਚ ਵੀ ਉਹ ਦੁੱਖ ਹੀ ਦੁੱਖ ਹਾਸਲ ਕਰੇਗਾ। ਮੋਹਨ ਪਰ ਮੋਹਰੀ ਸਾਥ, ਕਹਿਓ ਬਾਕ ਸੋਢੀ ਕੁਲਨਾਥ। ਇਉਂ ਬਾਬਾ ਮੋਹਨ ਤੇ ਮੋਹਰੀ ਜੀ, ਬਾਬਾ ਬੁੱਢਾ ਜੀ, ਇਹ ਸਾਰੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਆ। ਤੇ ਉਹ ਸੋਢੀ ਸੁਲਤਾਨ ਨਿਰੰਤਰ ਆਪਣੇ ਮੁਖ ਤੋਂ ਇਹ ਅੰਮ੍ਰਿਤਮਈ ਬਚਨ ਜਣਾ ਰਹੇ ਹੈ। ਤੁਮ ਗੰਭੀਰ ਧੀਰ ਮਤਵੰਤੇ, ਵਿਤ ਆਏ ਸਨਿਤ ਚਿਤ ਬਰਤੰਤੇ। ਤੇ ਮਹਾਰਾਜ ਆਖਣ ਲੱਗੇ ਬਾਬਾ ਮੋਹਨ ਜੀ ਤਾਈਂ ਕਿ ਤੁਸੀਂ ਸਦਾ ਹੀ ਗੰਭੀਰ ਬਿਰਤੀ ਵਿੱਚ ਧੀਰਜ ਸਹਿਤ ਟਿਕੇ ਰਹਿੰਦੇ ਹੋ, ਭਾਰੀ ਹੁਣ ਤੁਸੀਂ ਬੁੱਧੀਮਾਨ ਹੋ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬਚਨਾਂ ਨੂੰ ਕਮਾਉਣ ਵਾਲੇ ਹੋ। ਖਿਮਾਵੰਤ ਗੁਣ ਬੈਸ ਮਹਾਨੇ, ਅਨਸੂਯਕ ਸ਼ੁਭ ਮਨ ਨਹਿ ਮਾਨੇ। ਹਾਂ, ਤੁਹਾਡੇ ਮਨ ਅੰਦਰ ਬੇਅੰਤੀ ਸਤ ਸੰਤੋਖ ਦਇਆ ਧਰਮ ਧੀਰਜ ਇਹ ਦੈਵੀ ਗੁਣਾਂ ਦੇ ਗੁਣ ਹੈ। ਤੁਸੀਂ ਕਿਸੇ ਦੇ ਨਾਲ ਈਰਖਾ ਦਵੈਸ਼ ਨਹੀਂ ਰੱਖਦੇ ਤੇ ਆਪਣੇ ਤਾਈਂ ਅਹੰਕਾਰ ਭਾਵ ਅਹੰਗ ਤੋਂ ਤੁਸੀਂ ਨਿਰਲੇਪ ਹੋ, ਮੁਕਤ ਹੋ। ਸ਼੍ਰੀ ਅਰਜਨ ਮਨ ਪਰਮ ਪੁਨੀਤ, ਤੁਮ ਅਨੁਸਾਰੀ ਵਰਤੈ ਨੀਤ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੀ ਧਰਮ ਤੁਝਾ ਨੇ ਤੇ ਇਹ ਹੁਣ ਤੁਹਾਡੇ ਤਾਈਂ ਹੁਣ ਅਸੀਸ ਵੀ ਦੇਣਗੇ ਤੇ ਤੁਸੀਂ ਇਹਨਾਂ ਦੇ ਤਾਈਂ ਮਿਲ ਹੁਣ ਇਹਨਾਂ ਦਾ ਸਹਿਯੋਗ ਕਰ, ਖੁਸ਼ੀ ਲੈਣੀ ਹੈ। ਸ਼ੁਭ ਗੁਣ ਜੁਗਤ ਸੋ ਨਮਰ ਗੰਭੀਰ, ਇਸ ਕਹੋ ਜਾਨੋ ਮੋਰ ਸਰੀਰ। ਤੁਸੀਂ ਇਹਨਾਂ ਨੂੰ ਸਾਡਾ ਸਰੀਰ ਹੀ ਜਾਣਨਾ ਹੈ। ਸ਼੍ਰੀ ਅਰਜਨ ਦੇਵ ਜੀ ਨੂੰ ਮਹਾਰਾਜ ਆਖ ਰਹੇ ਹੈ ਕਿ ਇਹ ਵੀ ਬੜੇ ਦਇਆਵਾਨ ਨੇ, ਬੜੇ ਧੀਜ ਨੇ, ਬੜੇ ਗੰਭੀਰ ਨੇ ਤੇ ਤੁਸੀਂ ਇਹਨਾਂ ਦੀ ਹਯਾਤੀ ਵਿੱਚ ਰਹਿ ਆਪਣੇ ਸਮੇਂ ਨੂੰ ਸਫਲ ਬਣਾਉਣਾ ਹੈ। ਕਹੋ ਪੂਜਾ ਨਿਰਬਾਹੋ ਸਦਾ, ਰਾਖੋ ਚੇਤਨਾ ਵਿਸਾਰੋ ਕਦਾ। ਤੁਸੀਂ ਇਹਨਾਂ ਨੂੰ ਕਿਤੇ ਵਿਸਾਰਨਾ ਨਹੀਂ, ਇਹਨਾਂ ਦੀ ਬਾਂਹ ਪਕੜ ਕੇ ਰੱਖਣੀ ਹੈ ਤੇ ਇਹ ਤੁਹਾਡੇ ਤਾਈਂ ਇਸ ਜਗਤ ਜੀਵਨ ਦਾ ਜਿਹੜਾ ਸਮਾਂ ਬਚਿਆ ਤੁਹਾਡੇ ਤਾਈਂ ਉਹ ਸਫਲਾਉਣਗੇ। ਸੁਣਤ ਮੋਹਰੀ ਨੇ ਤੇ ਸਮੋ, ਗਹੀ ਬਹਾ ਕਰ ਕਹਿ ਗੁਰ ਨਮੋ। ਉਸੇ ਵਕਤ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਸੁਣਦੇ ਹੋਏ ਬਾਬਾ ਮੋਹਰੀ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਂਹ ਪਕੜ ਲੈਂਦੇ ਹੈ। ਨਿਜ ਸਿਰ ਪਤ ਪਰ ਸੋ ਧਾਰਨ ਕਰੀ, ਬਾਣੀ ਕਹਿਤ ਮ੍ਰਿਤੁਲ ਰਸ ਭਰੀ। ਤੇ ਆਪਣੇ ਤਾਈਂ ਬਾਬਾ ਮੋਹਰੀ ਜੀ ਕੀ ਕਰਦੇ ਆ? ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਂਹ ਪਕੜ ਕੇ, ਭੁਜਾ ਕਹੀ ਤਾਂ ਬਾਂਹ ਤਾਈਂ ਬਾਂਹ ਪਕੜ ਕੇ ਆਪਣੇ ਸਿਰ ਦੇ ਪੁਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਖਸ਼ਿਸ਼ ਭਰਿਆ ਹੱਥ ਟਿਕਾਉਂਦੇ ਆ ਤੇ ਇਉਂ ਬੜੀ ਨਿਮਰਤਾ ਸਹਿਤ ਬਚਨ ਆਖਦੇ ਹੈ। ਜਬ ਤੇ ਪਿਤ ਕੀ ਆਏ ਭਈ, ਮੈਂ ਸ਼ਰਧਾ ਤਬ ਤੇ ਧਰ ਲਈ। ਕਹਿਣ ਲੱਗੇ ਬਾਬਾ ਮੋਹਰੀ ਜੀ, ਜਦੋਂ ਸਾਡੇ ਪਿਤਾ ਗੁਰੂ ਅਮਰਦਾਸ ਜੀ ਨੇ ਅੱਜ ਤੋਂ 7 ਸਾਲ ਪਹਿਲਾਂ ਜਦੋਂ ਇਸ ਸਥਾਨ ਦੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ ਸੀ ਤੇ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਕਿ ਤੁਸੀਂ ਅੱਜ ਤੋਂ ਰਾਮਦਾਸ ਜੀ ਦੀ ਸ਼ਰਨ ਪੈਣਾ ਹੈ। ਅਸੀਂ ਤੇ ਉਸ ਦਿਨ ਤੋਂ ਗੁਰੂ ਨਾਨਕ ਘਰ ਦੇ ਹੁਕਮ ਅਨੁਸਾਰੀ ਸੇਵਕ ਹਾਂ। ਬਾਬਾ ਮੋਹਰੀ ਜੀ ਉਸ ਗੱਲ ਵੱਲ ਇਸ਼ਾਰਾ ਕਰਦੇ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਤਾਈਂ ਜਣਾਉਂਦੇ ਆ ਕਿ ਅਸੀਂ ਤੇ ਤੁਹਾਡੇ ਹੁਕਮ ਅਨੁਸਾਰ ਹੀ ਹਾਂ, ਕਿਉਂਕਿ ਤੁਸੀਂ ਹੀ ਗੁਰੂ ਨਾਨਕ ਰੂਪ ਹੋ, ਤੁਸੀਂ ਗੁਰੂ ਅੰਗਦ ਦੇਵ ਹੋ, ਤੁਸੀਂ ਗੁਰੂ ਅਮਰਦਾਸ ਹੋ। ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰਦੇ ਆ ਬਾਬਾ ਮੋਹਰੀ ਜੀ ਤੇ ਇਸੇ ਗੱਲ ਦੀ ਸ਼ਾਦੀ ਵੀ ਭਰਦੇ ਆ ਬਾਬਾ ਸੁੰਦਰ ਜੀ। ਤੇ ਕੀ ਸ਼ਾਦੀ ਭਰਦੇ ਆ? ਬਾਣੀ ਦੇ ਬਚਨ ਨੇ, ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸ ਪੈਰੀ ਪਾਏ ਜੀ। ਤੋ ਬਾਬਾ ਮੋਹਰੀ ਜੀ ਸਤਿਗੁਰੂ ਜੀ ਦੇ ਸਨਮੁਖ ਹੋਣ ਦਾ ਅੱਜ ਦੂਸਰੀ ਵਾਰ ਜਿਹੜਾ ਆਪਣੇ ਚਿੱਤ ਦਾ ਖਿਆਲ ਹੈ ਉਹ ਪ੍ਰਗਟਾਉਂਦੇ ਹੈ। ਸਤਿਗੁਰ ਰੂਪ ਪ੍ਰਥਮ ਤੁਮ ਭਏ,
ਬੰਧਨੀਐ ਸਭ ਤੇ ਵਡ ਥਏ। ਸਤਿਗੁਰੂ ਗੁਰੂ ਰਾਮਦਾਸ ਜੀਓ, ਤੁਸੀਂ ਪੂਰਬ ਦਾ ਪਾਵਾ ਪਹਿਲਾਂ ਗੁਰੂ ਅਮਰਦਾਸ ਜੀ ਤੋਂ ਬਾਅਦ ਵੀ ਗੁਰੂ ਸਰੂਪ ਹੋ ਤੇ ਸਤਿਗੁਰੂ ਜੀ ਦੇ ਅਸਥਾਨ ਤੇ ਵਿਰਾਜਦੇ ਹੋ। ਅਸੀਂ ਆਪ ਜੀ ਨੂੰ ਬੰਦਨੀਏ ਪੂਜਨੀਏ ਜਾਣਦੇ ਹਾਂ ਤੇ ਇਸੇ ਤਰ੍ਹਾਂ ਅੱਗੇ ਹੁਣ ਆਪਣਾ ਗੁਰੂ ਸਵੀਕਾਰ ਕਰਾਂਗੇ। ਭਾਵੇਂ ਕਿ ਸ਼੍ਰੀ ਅਰਜਨ ਦੇਵ ਸਾਡੇ ਰਿਸ਼ਤੇ ਵਿੱਚ ਭਾਣਜੇ ਲੱਗਦੇ ਨੇ, ਸਾਡੀ ਭੈਣ ਲੱਗਦੀ ਹੈ ਬੀਬੀ ਭਾਨੀ, ਪਰ ਹੁਣ ਅਸੀਂ ਇਹਨਾਂ ਨੂੰ ਗੁਰੂ ਤੁਲ ਜਾਣ ਸਨਮਾਨ ਤੇ ਸਤਿਕਾਰ ਦਿਆਂਗੇ। ਅਬ ਤੁਮ ਜਿਸੈ ਬਿਠਾਓ ਆਪ, ਜਗ ਗੁਰਤਾ ਵਡਿਆਈ ਥਾਪ। ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੇ ਸਥਾਨ ਤੇ ਵਡਿਆਈ ਦੇ ਰਹੇ ਹੋ, ਉਹੀ ਜਗਤ ਦੀ ਗੁਰਿਆਈ ਦਾ ਮਾਣ ਹਾਸਲ ਕਰੇਗਾ, ਉਹੀ ਜਗਤ ਜੀਵਾਂ ਦੇ ਭਲੇ ਦਾ ਗੁਰੂ ਨਾਨਕ ਕਰ ਦਾ ਉਪਦੇਸ਼ ਦ੍ਰਿੜ ਕਰਵਾਏਗਾ। ਹੁਣੇ ਬਾਬਾ ਮੋਹਰੀ ਜੀ ਬਚਨ ਬੇਨਤੀ ਸਰੂਪ ਤਾਂ ਕਰ ਰਹੇ ਹੈ ਕਿਉਂਕਿ ਬੀਬੀ ਭਾਨੀ ਜੀ ਨੂੰ ਹੁਣ ਭਾਰੀ ਸੰਸਾ ਸੀ ਵੀ ਪਿਰਥੀ ਚੰਦ ਪਤਾ ਨਹੀਂ ਕਿੰਨਾ ਕੁ ਬਖੇੜਾ ਕਰੇਗਾ, ਪਰ ਇੱਥੇ ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ, ਬਾਬਾ ਬੁੱਢਾ ਜੀ, ਇਹ ਸਾਰੇ ਸੇਵਕ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਅਨੁਸਾਰੀ ਹੁਣ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਗੁਰੂ ਸਵੀਕਾਰ ਰਹੇ ਹੈ। ਤੁਮ ਸਮ ਪੂਜਨੀਏ ਸਭ ਕੇਰੇ, ਇਸ ਪ੍ਰਕਾਰ ਦਿਟ ਸ਼ਰਧਾ ਮੇਰੇ। ਸਤਿਗੁਰੂ ਗੁਰੂ ਰਾਮਦਾਸ ਜੀਓ, ਮੇਰੇ ਹਿਰਦੇ ਦੇ ਵਿੱਚ ਤੁਹਾਡੇ ਵਰਗੀ ਸ਼ਰਧਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਤੀ ਹੈ, ਕਿਉਂਕਿ ਇਹਨਾਂ ਨੂੰ ਤੁਸੀਂ ਆਪ ਆਪਣੇ ਸਥਾਨ ਤੇ ਨਿਯੁਕਤ ਕਰ ਰਹੇ ਹੋ। ਧੰਨ ਮੋਹਰੀ ਸਤਿਗੁਰ ਜੋ ਕਹਿਓ, ਪੁਨ ਸ਼੍ਰੀ ਅਰਜਨ ਕੀ ਦਿਸ਼ ਲਹਿਓ। ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ ਆ, ਧੰਨੋ ਮੋਹਰੀ ਜੀ ਤੁਸੀਂ ਤੇ ਬਚਨ ਆਖਦੇ ਹੋਏ ਸਤਿਗੁਰੂ ਗੁਰੂ ਰਾਮਦਾਸ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵੱਲ ਤੱਕਦੇ ਹੈ। ਸੁਦਾ ਸਰੋਵਰ ਮੋਰ ਸ਼ਰੀਰ, ਤਿਸ ਕੀ ਟਹਿਲ ਕਰੋ ਬਡ ਧੀਰ। ਮਹਾਰਾਜ ਜੀ ਨੇ ਫਰਮਾਉਣਾ ਕੀਤਾ ਕਿ ਅੰਮ੍ਰਿਤ ਸਰੋਵਰ ਮੇਰਾ ਸ਼ਰੀਰ ਹੈ, ਵੱਡੇ ਧੀਰਜਮਾਨ ਨੂੰ ਧਾਰਨ ਕਰਨ ਵਾਲੇ ਰੋਥੇ ਸੇਵਾ ਕਰ, ਆਪਣੇ ਤਾਈਂ ਸਮਾਂ ਸਫਲ ਕਰਨਗੇ। ਜਗ ਮਹਿ ਵੱਡੋ ਹੋਏ ਬਖਿਆਤਾ, ਮੁਕਤ ਜੁਗਤ ਸੰਗਤ ਕੋ ਦਾਤਾ। ਤੇ ਉਹ ਸਾਡਾ ਜਿਹੜਾ ਸੁਧਾ ਸਰੋਵਰ ਅਸੀਂ ਅੰਮ੍ਰਿਤ ਸਰੋਵਰ ਤਿਆਰ ਕੀਤਾ, ਉਹਨੇ ਇਸ਼ਾਰਾ ਸੀ ਗੁਰੂ ਰਾਮਦਾਸ ਜੀ ਦਾ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਵੱਲ ਵੀ ਉਹਦੀ ਭਾਰੀ ਜਗਤ ਵਿੱਚ ਮਹਿਮਾ ਹੋਏਗੀ ਤੇ ਜਿੱਥੇ ਭੁਗਤ ਮੁਕਤ ਸੰਗਤ ਕੋ ਦਾਤਾ, ਜਿੱਥੇ ਭਗਤੀ ਵੀ ਵਰਤੇਗੀ, ਜਿੱਥੇ ਸ਼ਕਤੀ ਵੀ ਸਿੱਖ ਹਾਸਲ ਕਰਨਗੇ, ਜਿੱਥੇ ਸੰਗਤ ਨੂੰ ਮੁਕਤੀ ਵੀ ਮਿਲੇਗੀ। ਇਸੇ ਲਈ ਆਪਾਂ ਬਾਣੀ ਦੇ ਬਚਨ ਪੜ੍ਹਦੇ ਹਾਂ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਧਾਤੇ ਤਾਤੂ ਸੋਇਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਵੀ ਬੇਅੰਤ ਹੀ ਉਪਮਾ ਹੈ ਸੁਧਾ ਸਰੋਵਰ ਦੀ। ਇਹ ਵੀ ਆਪਾਂ ਬਚਨ ਸਾਹਿਬ ਦੀ ਬਾਣੀ ਦੇ ਪੜ੍ਹਦਿਆਂ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੋ ਦਾ। ਇਹ ਵੀ ਬਚਨ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਗਹ ਦੀ ਉਪਮਾ ਦੇ ਬਾਬਤ, ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਤੇ ਉੱਥੇ ਜੀਵਾਂ ਦੇ ਜੀਵਨ ਦਾ ਉਧਾਰ ਹੁੰਦਾ ਹੈ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਹ ਸੁਧਾ ਸਰੋਵਰ ਦੀ ਮਹਾਨਤਾ ਇੱਥੇ ਜਣਾ ਰਹੇ ਆ ਗੋਬਿੰਦਵਾਲ ਸਾਹਿਬ ਕਿ ਸਮਾਂ ਆਉਣ ਤੇ ਭਾਰੀ ਇਸ ਸਰੋਵਰ ਦੀ ਮਹਾਨਤਾ ਹੋਏਗੀ ਤੇ ਜਿਹੜੇ ਸਿੱਖ ਸੇਵਕ ਉੱਥੇ ਜਾ ਸਾਡੇ ਖੁਸ਼ੇ ਲੈਣ ਦੇ ਲਈ ਸੇਵਾ ਕਰਨਗੇ, ਉਹਨਾਂ ਨੂੰ ਭੁਗਤੀ ਦਾ ਭਾਵ ਵੀ ਉਹਨਾਂ ਨੂੰ ਸੰਸਾਰੀ ਪਦਾਰਥ ਤੇ ਮੁਕਤੀ ਭਾਵ ਜੀਵਨ ਦਾ ਕਲਿਆਣ ਹਾਸਲ ਹੋਏਗਾ। ਸ਼੍ਰੀ ਗੁਰੂ ਅਮਰਦਾਸ ਕੀ ਆਇਸ, ਰਹੇ ਖਨਤ ਹਮ ਸਭ ਸੁਖ ਦਾਇਸ। ਅਸੀਂ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਆਗਿਆ ਦੇ ਅਨੁਸਾਰ ਹੀ ਇਹ ਸੁਧਾ ਸਰੋਵਰ ਦਾ ਨਿਰਮਾਣ ਕਾਰਜ ਉੱਥੇ ਖੁਦਾਈ ਦਾ ਕਰਦੇ ਰਹੇ ਹਾਂ। ਦੇਸ਼ ਤੇ ਸੋ ਪਾਨ ਬਣਾਵੋ, ਹਰ ਮੰਦਰ ਸੁੰਦਰ ਉਸਰਾਵੋ। ਹਾਂ, ਉਹ ਸਾਰਿਆਂ ਵਾਸਤੇ ਸੁਖਦਾਇਕ ਹੋਏਗਾ। ਜਿਹਦਾ ਸੁਧਾ ਸਰੋਵਰ ਹੈ ਉਹਦੇ ਚੌਵੇਂ ਪਾਸੀ ਪੌੜ ਬਣਨਗੇ ਤੇ ਵਿਚਕਾਰ ਸੁੰਦਰ ਹਰਿਮੰਦਰ ਉੱਥੇ ਸਮੇਂ ਦੇ ਨਾਲ ਉਸਰੇਗਾ। ਕਾਲ ਵਿਖੇ ਸੋਭਾ ਹੋਏ ਐਸੇ, ਹਰ ਬਿਮਾਨ ਥਿਤ ਨਭ ਮਹਿ ਜੈਸੇ। ਆਪਣੇ ਤਾਈਂ ਭਾਰੀ ਹੁਣ ਉਸ ਮੰਦਰ ਦੀ ਸ਼ੋਭਾ ਹੋਏਗੀ। ਕਿਹੜੇ ਮੰਦਰ ਦੀ? ਸ਼੍ਰੀ ਹਰਿਮੰਦਰ ਸਾਹਿਬ ਦੀ ਗੱਲ ਕਰ ਰਹੇ ਹੈ। ਜਿਵੇਂ ਪ੍ਰਭੂ ਆਪਣੇ ਵਿਮਾਨ ਤੇ ਆਕਾਸ਼ ਵਿੱਚ ਵਿਰਾਜਮਾਨ ਹੋਇਆ ਹੋਵੇ, ਹੁਣ ਇਉਂ ਭਾਰੀ ਫਿਰ ਸ਼ੋਭਾ ਸ੍ਰੀ ਹਰਿਮੰਦਰ ਸਾਹਿਬ ਦੀ ਹੋਵੇਗੀ। ਇਹ ਮਹਾਰਾਜ ਗੁਰੂ ਅਮਰਦਾਸ ਜੀ ਦੇ ਬਚਨਾਂ ਅਨੁਸਾਰ ਅਸੀਂ ਸਰੋਵਰ ਤਿਆਰ ਕੀਤਾ ਹੈ। ਗੁਰੂ ਰਾਮਦਾਸ ਇੱਥੇ ਦੱਸ ਰਹੇ ਹੈ ਔਰ ਇਸ ਪਵਿੱਤਰ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸ਼ੋਭਾ ਪਾਏਗਾ ਤੇ ਉਹ ਸਤਿਗੁਰੂ ਦੇਵ ਜੀ ਇਹ ਵਡਿਆਈ ਜਨਾ ਰਹੇ ਹੈ। ਤੇ ਇਸੇ ਲਈ ਬੱਧੋ ਪੁਰਖ ਵਧਾਤੇ ਤਾਤੂ ਸੋਇਆ, ਉਹ ਤਾਂ ਹੀ ਉਹ ਇੰਨਾ ਸੋਹਣਾ ਸੋਭ ਰਿਹਾ ਹੈ।
ਭਾਵੇਂ ਕਿ ਸਮੇਂ ਦੀਆਂ ਸਰਕਾਰਾਂ ਨੇ, ਬੜੇ ਬੜੇ ਹੁਕਮਰਾਨਾਂ ਨੇ, ਕਿਤੇ ਮੁਗਲਾਂ ਨੇ, ਕਿਤੇ ਅੰਗਰੇਜ਼ਾਂ ਨੇ, ਕਿਤੇ ਉਸ ਤੋਂ ਬਾਅਦ ਅਜੋਕੇ ਭਾਰਤ ਵਰਸ਼ ਦੇ ਲੋਕਾਂ ਨੇ ਵੀ ਸਤਿਗੁਰੂ ਦੇਵ ਜੀ ਦੇ ਅਸਥਾਨ ਤਾਈਂ ਹੁਣ ਮੈਲਾ ਕਰਨਾ ਚਾਹਿਆ, ਨੁਕਸਾਨ ਪਹੁੰਚਾਉਣਾ ਚਾਹਿਆ, ਪਰ ਉਹ ਨੁਕਸਾਨ ਕਰਨ ਵਾਲੇ ਆਪ ਹੀ ਮੂੰਹ ਦੀ ਖਾ ਗਏ। ਤੇ ਸਤਿਗੁਰੂ ਦੇਵ ਜੀ ਦਾ ਸਥਾਨ ਬਸਦੀ ਸਗਨ ਅਪਾਰਾ ਨੂਪ ਰਾਮਦਾਸਪੁਰ, ਅੱਜ ਵੀ ਉੱਥੇ ਉਸੇ ਤਰ੍ਹਾਂ ਸਤਿਗੁਰੂ ਜੀ ਦਾ ਸੁੰਦਰ ਧਾਮ ਸ਼ੋਭ ਰਿਹਾ ਹੈ। ਕਿਤੋਂ ਫਰਸ਼ ਬੈ ਡੁਰਜ ਮਨ ਕੋ, बीच बन्यो कर महा विशन को। हाँ, मन विच इउं समझो जिवें जिहड़ा फर्श है एक प्रकाश दे ताईं जिवें रतन जड़िया होवे, अकाल पुरख दा उहदे विच हुण घर होवे। हुण इसे तरह कहण लगे सतगुरु गुरु रामदास उस सरोवर दे विचकार उस पवित्र हरमंदर दी वडियाई होवेगी। मम आज्ञा धारन धारो मन में, नित प्रत रही अह रचन जतन में। मेरी ये आग्या हुण तुसीं सारे मन विच धारो ते रोजाना इस महान कारज दे करन दे लई यतनशील रहो। सुन कर श्री अर्जन कर जोर, करन करावन मैं तुम जोर। महाराज गुरु रामदास जी दे बचन सुन करके धन गुरु अर्जन साहब महाराज बड़ी निम्रता सहित बेनती करते, महाराज साडे विचकार ऐसी कोई पावर नहीं, कोई जोर नहीं, ये तो महाराज तुसी आप ही कारज ते कारण करन वाले हो, ते तुहाडी बख्शिश दे नाल ही ये कारज संभव है। ते इसे लई बाणी विच सानू भी महाराज समझाउंदे आ, कबीर ना हम किया ना करेंगे, ना कर सकै शरीर, जो किया सो हर किया, भयो कबीर कबीर। तो इन्हां बचनां दा प्रगटावा कर रहे गुरु अर्जन देव महाराज भी, महाराज साडे विच समर्था नहीं, ये आप ही कारण ते कारज करन दे समर्थ हो। नमित मात्र मैं रहो माहे, प्राण होत लग सेवा ताहे। सतगुर देव जी मैं तो हुण निमख मात्र आप जी दे हुण हुक्म अनुसार सेवा विच रहांगा, आखिरी हुण साहां तक ये पवित्र सरोवर दा कारज मैं अपने ताईं करवाउंदा रहांगा। रहो रचन प्रसाद तुम्हारो, हो सहायक आप संभारो। महाराज मैं तुहाडी कृपा दे नाले कारज हुण करन दा कर्म आरंभ करांगा, पर आप जी ने मेरी इस कारज विच सहायता करनी। एम सुन कर सतगुरु प्रसन्न, कहे हो सब लायक धन। धन गुरु रामदास महाराज अपने पुत्र सतगुरु गुरु अर्जन साहब महाराज जियां दे ये निम्रता भरपूर बचन सुन करके बहुत ही ज़्यादा प्रसन्न होए ते आखण लगे, तुसी धन हो, तुहाडे ते ओ प्रभु दी बड़ी अपार कृपा है, ते तुसी बड़ी अपने ताईं वडियाई दे हकदार हो। वह सुन कै तब कीन सत्यारी, हित प्रलोक जग गुर उपकारी। इउं धन गुरु रामदास महाराज जिहड़े जगत दे कल्याण करता ने, जगत जीवां दे ताईं बेअंत बख्शिशां देण वाले ने, हुण अपने शरीर दा हुण त्याग करन दे लई हुण तैयारी आरंभ है। दोहरा लख त्यारी सतगुरु की, तब भानी बड़ भाग, हाथ बंद बंधन करी और मगा अनुराग। सतगुरु गुरु रामदास महाराज जियां ने जदों हुण अपने परलोक सचखंड धाम जाण दी तैयारी कीती है, बड़े भागां वाले सतगुरु जी के महल बीबी भानी जी सतगुरु जी नूं नमस्कार करते हैं। हृदय दे विच भारी प्रेम दा उछाला उठदा है। चौपई सर्व रीत समरथ सुख दाते, जिन बड़ भाग तिन हो तुम जाते। महाराज जी नूं बेनती करदे बीबी भानी जी, हे महाराज आप सुखां दे दाते हो, आप सारियां बख्शिशां दे समरथ हो, जिन्हां दे वड्डे भाग है उन्हां नूं आप जी ने जानिया है। हालत पालत न हो सहाई, जिम चाहो तिम ठट हो गसाई। महाराज आप लोक परलोक दे सहाई हो स्वामी, जिवें तुसी चाहो उसे तरह करन दे समर्थ हो। इसे लिए आपां बाणी विच बचन पढ़दे हां कि धन धन रामदास गुर, जिन सिरिया तिनै सवारिया, पूरी होई करामात आप सिरजनहारा धारिया, सिखी अत संगति पार ब्रह्म कर नमस्कार। सतगुरु गुरु रामदास महाराज धन ने, ते इसे लिए आपां सारे सतगुरु देव जी दे ताईं बेनती स्वरूपे बचन पढ़ते हाँ कि हम अवगुण परेक गुण नाही,
ਅੰਮ੍ਰਿਤ ਛਾੜ ਵਿਖੈ ਵਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰ ਆਸਿਉ ਪ੍ਰੀਤ ਲਗਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਤੇ ਮਹਾਰਾਜ ਜੀ ਦੇ ਤਾਂ ਇਉਂ ਬੇਨਤੀ ਕਰ ਰਹੇ ਆ ਬੀਬੀ ਭਾਨੀ ਜੀ ਮਹਾਰਾਜ, ਆਪ ਲੋਕ ਪਰਲੋਕ ਦੇ ਸਹਾਈ ਹੋ, ਆਪ ਦੁੱਖ ਕਲੇਸ਼ਾਂ ਦੇ ਨਾਸ਼ ਕਰਤਾ ਹੋ, ਆਪ ਸੁੱਖਾਂ ਦੇ ਮੂਲ ਹੋ। ਜਿਮ ਚਾਹੋ ਮੈਂ ਰਾਵਰ ਕੇ ਸੰਗ ਸਿਧਾਰੋ, ਤੁਮ ਬਿਨ ਨਹੀਂ ਜੀਵ ਬਹੁ ਧਾਰੋ। ਮਹਾਰਾਜ ਨੂੰ ਬੇਨਤੀ ਕਰਦੇ ਆ, ਮਹਾਰਾਜ ਮੈਂ ਤੁਹਾਡਾ ਅਸਹਿ ਤੇ ਅਕਹਿ ਇਹ ਜਿਹੜਾ ਵਿਛੋੜਾ ਸਹਾਰ ਨਹੀਂ ਸਕਾਂਗੀ, ਮੈਂ ਵੀ ਤੁਹਾਡੇ ਨਾਲ ਹੀ ਪਰਲੋਕ ਸੁਧਾਰ ਜਾਵਾਂਗੀ। ਰਾਗ ਦਵੈਖ ਬਟ ਹਰਖ ਰੋਸ਼ੋਕ, ਇਨ ਜੁਤ ਬਸਬੋ ਹੈ ਇਸ ਲੋਕ। ਇਹ ਪ੍ਰੇਮ, ਇਸ ਜਗਤ ਵਿੱਚ ਪ੍ਰੇਮ ਤੇ ਦੁੱਖ ਸੁੱਖ ਖੁਸ਼ੀ ਗਮੀ ਦੇ ਨਾਲ ਲੋਕ ਜੁੜੇ ਹੋਏ ਹੈ, ਤੇ ਇਹ ਜਿਹੜਾ ਜਗਤ ਦਾ ਇਹ ਪ੍ਰਸਾਰਾ ਹੈ। ਤੇ ਮਹਾਰਾਜ ਨੂੰ ਇਉਂ ਬੇਨਤੀ ਕਰਦੇ ਹੈ ਕਿ ਅਸੀਂ ਹੁਣ ਇੱਥੇ ਇਹ ਹਰਖ ਸ਼ੋਕ ਇਹਦੇ ਤਾਂ ਹੀ ਨਹੀਂ ਸਹਾਰਾਂਗੇ, ਅਸੀਂ ਤੁਹਾਡੇ ਤਾਂ ਹੀ ਤੁਹਾਡੇ ਹੁਕਮ ਅਨੁਸਾਰ ਅਸੀਂ ਵੀ ਆਪਣੇ ਸਰੀਰ ਦਾ ਤਿਆਗ ਕਰ ਦਿਆਂਗੇ। ਪੁੱਤ ਪ੍ਰਿਥਿਆ ਉਠ ਪਾਤ ਉਠੈ ਹੈ, ਦੇਖਤ ਦੁਖ ਮੇਰੋ ਮਨ ਪਹਿ। ਕਿਉਂਕਿ ਤੁਹਾਡਾ ਪੁੱਤਰ ਪ੍ਰਿਥੀ ਚੰਦ ਭਾਰੀ ਹੁਣ ਉਤਪਾਤ ਪੈਦਾ ਕਰੇਗਾ, ਝਗੜਾ ਬਖੇੜਾ ਖੜਾ ਕਰੇਗਾ, ਉਹ ਮੈਥੋਂ ਦੇਖਿਆ ਨਹੀਂ ਜਾਣਾ, ਇਸ ਕਰਕੇ ਮੇਰੇ ਚਿੱਤ ਨੂੰ ਭਾਰੀ ਦੁੱਖ ਹੋਏਗਾ। ਅਤ ਆਨੰਦ ਮੈਂ ਬਾਸ ਤੁਮਾਰੋ, ਬਸੋਂ ਸੰਗ ਮੈਂ ਚਿੰਤ ਨਿਵਾਰੋ। ਹਾਂ, ਤੁਹਾਡੇ ਨਾਲ ਬਹੁਤ ਸੋਹਣਾ ਵਸੇਬਾ ਹੋਇਆ, ਹੁਣ ਮੈਂ ਤੁਹਾਡੇ ਨਾਲ ਹੀ ਰਹਾਂ, ਤੇ ਆਪਣੇ ਚਿੱਤ ਦਾ ਜਿਹੜਾ ਇਹ ਚਿੰਤਾ ਦਾ ਸਮਾਂ ਆਉਣ ਵਾਲਾ ਇਹ ਤੋਂ ਆਪਣੇ ਤਾਈਂ ਨਿਵਰਤੀ ਹਾਸਲ ਕਰਾਂ। ਸੁਨ ਭਾਨੀ ਤੇ ਕੋਮਲ ਬਾਨੀ, ਰਾਮਦਾਸ ਸਤਿਗੁਰੂ ਬਖਾਨੀ। ਧੰਨ ਗੁਰੂ ਰਾਮਦਾਸ ਮਹਾਰਾਜ ਬੀਬੀ ਭਾਨੀ ਜੀ ਦੀ ਨਿਮਰਤਾ ਭਰਪੂਰ ਬੇਨਤੀ ਸੁਣ ਕਰਕੇ ਮਾਜ ਸੇ ਸੁਨ ਭਾਗ ਮਹਾਨੀ, ਅਪਰ ਨ ਤ੍ਰੇ ਕੋ ਤੇ ਸਮਾਨੀ। ਮਹਾਰਾਜ ਆਖਣ ਲੱਗੇ, ਇਹ ਵੱਡੇ ਭਾਗਾਂ ਵਾਲੀ ਵੀ ਤੁਹਾਡੇ ਵਰਗੀ ਇਸਤਰੀ ਹੋਰ ਹੁਣ ਕੋਈ ਨਹੀਂ ਹੈ। ਹੁਣ ਵਾਕਈ ਨਹੀਂ ਹੈ ਬੀਬੀ ਭਾਨੀ ਜੈਸੀ ਗੁਰੂ ਪੁੱਤਰੀ, ਗੁਰੂ ਪਤਨੀ, ਗੁਰੂ ਮਾਂ, ਗੁਰੂ ਦਾਦੀ, ਗੁਰੂ ਪੜਦਾਦੀ। ਹੁਣ ਕਿੰਨੇ ਰਿਸ਼ਤੇ ਨੇ ਬੀਬੀ ਭਾਨੀ ਜੀ ਦੇ ਨਾਲ, ਤੇ ਗੁਰੂ ਰਾਮਦਾਸ ਆਖਦੇ ਆ, ਭਾਨੀ ਤੇਰੇ ਵਰਗੀ ਹੋਰ ਇਸ ਜਹਾਂ ਵਿੱਚ ਕੋਈ ਇਸਤਰੀ ਨਹੀਂ ਹੈ। ਸ੍ਰੀ ਗੁਰੂ ਅਮਰਦਾਸ ਪਿਤ ਜਿਸ ਕੇ, ਕੌਣ ਪਟੰਤਰ ਕਹੀ ਹੈ ਤਿਸ ਕੇ। ਹੁਣ ਜਿਹਦੇ ਪਿਤਾ ਗੁਰੂ ਅਮਰਦਾਸ ਜੀ ਨੇ ਉਹਦੇ ਬਰਾਬਰ ਹੁਣ ਕਿਸ ਨੂੰ ਕਹੀਏ। ਹੁਣ ਮਹਾਰਾਜ ਇਉਂ ਸਮਝਾਉਂਦੇ ਹੈ ਬੀਬੀ ਭਾਨੀ ਜੀ ਨੂੰ, ਪੁਨ ਤੋ ਪਰ ਪ੍ਰਸੰਨ ਹਮ ਰਹੇ, ਮਨ ਹੈ ਤਥਾ ਜਥਾ ਬਚ ਕਹੇ। ਫਿਰ ਅਸੀਂ ਹੁਣ ਤੁਹਾਨੂੰ ਪਤਨੀ ਰੂਪ ਵਿੱਚ, ਤੁਸੀਂ ਸਾਡੇ ਮਹਿਲ ਹੋਏ, ਅਸੀਂ ਤੁਹਾਡੇ ਪਤੀ ਰੂਪ ਹੋਏ, ਫਿਰ ਤੁਸੀਂ ਸਾਡੇ ਵੀ ਹੁਕਮ ਅਨੁਸਾਰ ਹੀ ਜੀਵਨ ਦੇ ਸਮੇਂ ਨੂੰ ਸਫਲ ਕਰਨਾ ਕੀਤਾ। ਸ੍ਰੀ ਅਰਜਨ ਭਾ ਪੁੱਤਰ ਪਰਬੀਨਾ, ਸੋਢੀ ਕੁਲ ਜਿਨ ਉਜਲ ਕੀਨਾ। ਹਾਂ, ਫਿਰ ਤੁਹਾਡੇ ਪੁੱਤਰ ਸ਼੍ਰੀ ਅਰਜਨ ਦੇਵ ਸ੍ਰੇਸ਼ਟ, ਜਿਨ੍ਹਾਂ ਨੇ ਸੋਢੀਆਂ ਦੀ ਕੁਲ ਨੂੰ ਹੋਰ ਉਜਲ ਕਰਨਾ ਕੀਤਾ। ਰਾਖੀ ਗੁਰਤਾ ਕੇਰ ਜਠਾਈ, ਅਪਰ ਬੰਸ ਤੇ ਰਾਖ ਹਟਾਈ। ਤੇ ਫਿਰ ਜਿਨ੍ਹਾਂ ਨੇ ਗੁਰਿਆਈ ਦਾ ਮਹਾਨ ਇਹ ਅਸਥਾਨ ਆਪਣੇ ਤਾਈਂ ਹਾਸਲ ਕਰਨਾ ਕੀਤਾ, ਹੋਰ ਕਿਸੇ ਦੇ ਤਾਈਂ ਇਹ ਵਡਿਆਈ ਹਾਸਲ ਹੀ ਨਾ ਹੋਈ। ਇਉਂ ਮਹਾਰਾਜ ਹੁਣ ਇਹ ਬਚਨ ਬੀਬੀ ਭਾਨੀ ਜੀ ਨੂੰ ਦਰਸਾ ਰਹੇ ਹੈ। ਏਰੋ ਸਫਲ ਜਨਮ ਜਗ ਭਇਓ, ਕਰਵੇ ਉਚਿਤ ਸਕਲ ਕਰ ਲਿਓ। ਹਾਂ, ਹੁਣ ਤੁਹਾਡਾ ਇਹ ਜਗਤ ਦੇ ਵਿੱਚ ਆਉਣਾ, ਤੁਹਾਡਾ ਜਨਮ ਸਫਲ ਹੋਇਆ ਹੈ। ਜੋ ਵੀ ਹੁਣ ਤੁਸੀਂ ਕਰਾਓਗੇ ਹੁਣ ਉਹੀ ਹੁਣ ਤੁਹਾਡੇ ਤਾਈਂ ਹੁਣ ਕਾਰਜ ਹੈ ਜਿਹੜਾ ਕਿਹਾ ਹੋਇਆ ਸਫਲ ਹੋਏਗਾ। ਤਕ ਦਿਨਾ ਤਵ ਸਵਾਸ ਸਰੀਰ, ਪ੍ਰਾਰ ਬਤ ਭੋਗੋ ਧਰਤੀ। ਮਹਾਰਾਜ ਕਹਿਣ ਲੱਗੇ, ਬੀਬੀ ਭਾਨੀ ਅਜੇ ਤੁਹਾਡੇ ਸਰੀਰ ਦੀ ਪ੍ਰਾਲਬਧ ਹੈ, ਤੁਸੀਂ ਅਜੇ ਧੀਰ 'ਚ ਰੱਖੋ, ਤੇ ਆਪ ਦੇ ਪ੍ਰਾਲਬਧ ਨੂੰ ਭੋਗਦੇ ਹੋਏ ਫਿਰ ਤੁਸੀਂ ਆਪਣੇ ਤਾਈਂ ਸੱਚਖੰਡ ਪਿਆਨਾ ਕਰ ਜਾਓਗੇ। ਪੁਨ ਸੁਖੇ ਨਹੀਂ ਤਨ ਕੋ ਤਿਆਗ, ਆਏ ਮਿਲਹਿ ਹਮ ਸੋ ਬੜ ਭਾਗ। ਅਬੇ ਤੁਹਾਡਾ ਸੌਖੇ ਹੀ ਸਰੀਰ ਦਾ ਅੰਤ ਹੋ ਜਾਏਗਾ, ਤੇ ਫਿਰ ਤੁਹਾਡਾ ਹੁਣ ਸਾਡੇ ਤਾਈਂ ਮਿਲਾਪ ਉਹ ਵਾਹਿਗੁਰੂ ਦੇ ਹੁਕਮ ਅਨੁਸਾਰ ਉਸ ਅਗਲੇ ਧਾਮ ਹੋਏਗਾ। ਹਰਖ ਸ਼ੋਕ ਹਰ ਰਾਗ ਜੋ ਦਵੈਸ਼, ਅਬ ਤੇ ਤੋਹੇ ਨ ਹੋਏ ਅਸ਼ੇਸ਼। ਹੁਣ ਤੁਹਾਨੂੰ ਖੁਸ਼ੀ ਗਮੀ ਪ੍ਰੇਮ ਤੇ ਦੁੱਖ ਸੁੱਖ ਇਹ ਬਿਲਕੁਲ ਨਹੀਂ ਵਿਆਪਣਗੇ। ਹੁਣ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਨੂੰ ਬ੍ਰਹਮ ਗਿਆਨੀਆਂ ਵਾਲੀ ਅਵਸਥਾ ਦਾ ਬੋਧ ਕਰਵਾਇਆ, ਕਿਉਂਕਿ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਉਹਨਾਂ ਦੇ ਤਾਈਂ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨ।
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜੈ ਪਰਸੈ ਨਾਹਿ ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਹੁਣ ਇਹੋ ਜਿਹਾ ਪਵਿੱਤਰ ਉਪਦੇਸ਼ ਆਪਣੇ ਸੱਸ ਮੁਖ ਤੋਂ ਸਤਿਗੁਰੂ ਗੁਰੂ ਰਾਮਦਾਸ ਬੀਬੀ ਭਾਨੀ ਜੀ ਨੂੰ ਜਣਾਉਂਦੇ ਆ, ਦਰਸਾਉਂਦੇ ਹੈ। ਧੀਰਜ ਦੇ ਕਰ ਸੁਖ ਰਾਸ ਦੇਖਿਓ ਦਿਸ਼ ਬੁੱਢੇ ਗੁਰਦਾਸ। ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਬੜੇ ਧੀਰਜ ਦੇ ਸਹਿਤ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵੱਲ ਵੇਖਦੇ ਆ, ਬੀਬੀ ਭਾਨੀ ਜੀ ਨੂੰ ਸੋਹਣੇ ਹੁਣ ਇਹ ਅਸੀਸ ਦੇ ਬਚਨ ਜਣਾਉਂਦੇ ਹੋਏ। ਸ੍ਰੀ ਅਰਜਨ ਹਿਤ ਕਹਿ ਸਭ ਹੀ ਕੋ ਬਹੁਰ ਗੁਰੂ ਸੋਢੀ ਕੁਲ ਟੀਕੋ। ਆਦਿ ਇਉਂ ਮਹਾਰਾਜ ਹੁਣ ਆਖਦੇ ਹੈ ਕਿ ਹੁਣ ਭਾਈ ਸਾਥੋਂ ਬਾਅਦ ਸੋਢੀ ਕੁਲ ਦੇ ਵੀ ਭੂਖਣ ਸ੍ਰੀ ਅਰਜਨ ਜੀ ਨੇ, ਤੇ ਜਿਹੜੇ ਹੁਣ ਸਾਡੇ ਹੀ ਅਸਥਾਨ ਤੇ ਸਾਡਾ ਹੀ ਸਰੂਪ ਤੁਸੀਂ ਜਾਣਨਾ ਹੈ। ਰਚਿਓ ਕੁਸ਼ਾਸਨ ਪਰ ਥਿਤ ਹੋਵੈ ਕੈ ਪੌਡੇ ਮੁਖ ਕੋ ਛਾਦਨ ਕਹਿ ਕੈ। ਇਉਂ ਮਹਾਰਾਜ ਗੁਰੂ ਰਾਮਦਾਸ ਜੀ ਫਿਰ ਕੁਸ਼ਾ ਭਾਵ ਦੱਬ ਦੇ ਆਸਣ ਤੇ ਹੁਣ ਲੇਟ ਜਾਂਦੇ ਹੈ ਤੇ ਆਪਣੇ ਮੁਖ ਦੇ ਪੁਰ ਸਫੇਦ ਵਸਤਰ ਨਾਲ ਆਪਣਾ ਸੱਸ ਮੁਖ ਢੱਕ ਲੈਂਦੇ ਹੈ। ਇਉਂ ਦੱਬ ਦੇ ਆਸਣ ਤੇ ਸਤਿਗੁਰ ਦੇਵ ਜਦੋਂ ਲੇਟ ਜਾਂਦੇ ਹੈ, ਸਫੇਦ ਉੱਪਰ ਆਪਣੇ ਤਨ ਦੇ ਚਾਦਰਾ ਤਾਣਦੇ ਹੈ। ਜਿਉ ਗਜ ਫੂਲ ਮਾਲ ਕੋ ਡਾਰੇ ਵਾਹ ਜੀ ਵਾਹ। ਤਿਉ ਤਨ ਤਜ ਬੈਕੁੰਠ ਪਧਾਰੇ। ਜਿਵੇਂ ਹਾਥੀ ਫੁੱਲਾਂ ਦਾ ਹਾਰ ਗਲੇ ਵਿੱਚ ਪਾਇਆ ਲਾ ਦਿੰਦਾ, ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਸਰੀਰ ਦਾ ਇਹ ਸਰੀਰ ਰੂਪੀ ਜਿਹੜਾ ਚੋਲਾ ਹੈ ਇਹਨੂੰ ਤਿਆਗ ਦਿੰਦੇ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਉਂ ਗੁਰੂ ਰਾਮਦਾਸ ਮਹਾਰਾਜ ਬਚਨ ਵਿਲਾਸ ਕਰਦੇ ਹੋਏ ਬੌੜੀ ਸਾਹਿਬ ਦੇ ਅਸਥਾਨ ਤੇ ਗੋਬਿੰਦਵਾਲ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪਣੇ ਪੰਜ ਭੂਤਿਕ ਸਰੀਰ ਦਾ ਹੁਣ ਤਿਆਗ ਕਰਦੇ ਹੈ। ਕਿਵੇਂ ਸਤਿਗੁਰੂ ਦੇਵ ਜੀ ਦੇ ਤਾਈਂ ਹੁਣ ਅੰਤਮ ਕਿਰਿਆ ਗੋਬਿੰਦਵਾਲ ਸਾਹਿਬ ਦੇ ਅਸਥਾਨ ਤੇ ਕੀਤੀ ਜਾਂਦੀ ਹੈ। ਇਸ ਪ੍ਰਸੰਗ ਦੀ ਰਹਿੰਦੀ ਵਾਰਤਾ ਆਪਾਂ ਕੱਲ੍ਹ ਰੋਜ਼ ਗੁਰੂ ਕਿਰਪਾ ਨਾਲ ਵਿਚਾਰਨ ਦਾ ਯਤਨ ਤੇ ਪ੍ਰਯਤਨ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਤਿਗੁਰੂ ਪਿਤਾ ਬਖਸ਼ੰਦ ਨੇ। ਆਓ ਅਖੀਰਲੀਆਂ ਦੋ ਪੰਗਤੀਆਂ ਪੜ੍ਹ ਇੱਥੇ ਇਸ ਪ੍ਰਸੰਗ ਨੂੰ ਵਿਰਾਮ ਦੇਈਏ ਜੀ। ਜਿਉ ਗਜ ਫੂਲ ਮਾਲ ਕੋ ਡਾਰੇ ਤਿਉ ਤਨ ਤਜ ਬੈਕੁੰਠ ਪਧਾਰੇ। ਹੇ ਅਚੁਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਨਾਮਦਾਸ ਗੁਰੂ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਰੀਜੈ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਕਰ ਹਰ ਮਨ ਵਸ ਨਾਨਕ ਹੋਤ ਨਿਹਾਲ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਕਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ